गुड मॉर्निंग टू ऑल ऑफ यू। अगर आप सभी को मेरी वॉइस क्लियर है और सब कुछ विजिबल है तो कृपया ओके लिख दीजिए। आज का हमारा टॉपिक रहेगा द ग्लोब। ग्लोब जो टॉपिक है आपका, ये पीएस टेट पेपर 2 एसएसटी के अंदर ज्योग्राफी के अंदर पूछा जाता है और बच्चों को ये जो टॉपिक है काफ़ी ज़्यादा हैवी लगता है। ठीक है जी, 1 मिनट हम वेट करेंगे क्योंकि आज एसएसटी की पहली क्लास है और मैं भी जो है ऑनलाइन सिस्टम से थोड़ा सा न्यू हूँ, तो इसलिए थोड़ी सी दिक्कत आ सकती है। तो 1 मिनट वेट करते हैं बच्चों के आने की। ठीक है जी, अगर आप सभी को वॉइस नीट एंड क्लीन है और पूरी की पूरी आपको स्लाइड दिखाई दे रही है, ग्लोब, लैटिट्यूड एंड लॉन्गिट्यूड, कृपया ओके लिखते जाइएगा। ठीक है जी, शुरुआत कर लेते हैं जी। आज का बच्चों हमारा टॉपिक रहेगा द ग्लोब। ग्लोब के अंदर हम लोग पढ़ने वाले हैं द लैटिट्यूड्स एंड द लॉन्गिट्यूड्स। सरल भाषा में इसे अक्षांश एवं देशांश रेखाएं बोला जाता है। किते किते ਨੂੰ ਅਕਸ਼ਾਂਸ਼ ਅਤੇ ਲੰਬਕਾਰ ਰੇਖਾਵਾਂ ਵੀ ਕਿਹਾ ਜਾਂਦਾ ਹੈ ਤੇ ਕਿਤੇ ਕਿਤੇ ਨੂੰ ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ ਵੀ ਕਿਹਾ ਜਾਂਦਾ ਹੈ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਸਟ੍ਰਿਕਟਲੀ ਪੀਐਸ ਟੈਟ 2 ਦਾ ਜਿਹੜਾ ਪੇਪਰ ਹੈ ਉਹਦੇ ਵਿੱਚ ਐਸਐਸਟੀ ਜਿਹੜੀ ਵੀ ਤੁਹਾਡੀ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਹੈ। ਪੀਐਸ ਟੈਟ ਐਗਜ਼ਾਮ 2021 ਜਿਹਦੀ ਡੇਟ ਜਿਹੜੀ ਹੈ 24 ਦਸੰਬਰ ਨੂੰ ਹਲੇ ਤੱਕ ਕਹੀ ਗਈ ਹੈ ਤੇ ਹਰ ਵਾਰ ਇਨਕਰੀਜ਼ ਹੁੰਦੀ ਹੈ, ਹੋ ਸਕਦਾ ਅੱਗੇ ਇਨਕਰੀਜ਼ ਹੋ ਜਾਵੇ। ਅੱਜ ਦਾ ਜਿਹੜਾ ਟੌਪਿਕ ਹੈ ਉਹਦਾ ਨਾਮ ਹੈ ਗਲੋਬ। ਇਹਨੂੰ ਆਪਾਂ ਬਾਈਲੈਂਗੁਅਲੀ ਕਵਰ ਕਰਾਂਗੇ, ਯਾਨੀ ਕਿ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਇਹ ਕਵਰ ਕੀਤਾ ਜਾਊਗਾ। ਪਹਿਲਾ ਕੁਐਸਚਨ ਤਾਂ ਇਹ ਉੱਠਦਾ ਬੱਚੋ ਕਿ ਗਲੋਬ ਹੁੰਦਾ ਕੀ ਹੈ। ਉਰੇ ਤੁਸੀਂ ਆਪਦੇ ਸਕਰੀਨ ਤੇ ਦੇਖ ਸਕਦੇ ਹੋ, ਇਹ ਹੈ ਗਲੋਬ। ਠੀਕ ਹੈ, ਬੇਸਿਕਲੀ ਗਲੋਬ ਪੁਰਾਣੇ ਟਾਈਮ ਦੇ ਵਿੱਚ ਗਲੋਬ ਦੀ ਲੋੜ ਪਿਆ ਕਰਦੀ ਸੀ। ਪੁਰਾਣੇ ਟਾਈਮ 'ਚ ਗਲੋਬ ਦੀ ਲੋੜ ਕਿਉਂ ਪੈਂਦੀ ਸੀ? ਦੇਖੋ ਉਸ ਸਮੇਂ ਇੰਟਰਨੈਟ ਨਹੀਂ ਹੁੰਦਾ ਸੀ, ਹੈ ਨਾ। ਇੰਟਰਨੈਟ ਨਹੀਂ ਹੁੰਦਾ ਸੀ। ਜੇ ਤੁਸੀਂ ਬੱਚਿਆਂ ਨੂੰ ਸਟੱਡੀ ਕਰਵਾਉਣੀ ਹੈ, ਬੱਚਿਆਂ ਨੂੰ ਟੀਚ ਕਰਨਾ ਹੈ ਕਿ ਭਾਈ ਉਰੇ ਬ੍ਰਾਜ਼ੀਲ ਹੈ, ਉਰੇ ਨਾਰਥ ਐਟਲਾਂਟਿਕ ਓਸ਼ਨ ਹੈ ਜਾਂ ਕੋਈ ਹੋਰ ਦੇਸ਼ ਹੈ, ਉਸ ਸਮੇਂ ਇੰਟਰਨੈਟ ਹੁੰਦਾ ਨਹੀਂ ਸੀ, ਤਾਂ ਅਸੀਂ ਅਰਥ ਦਾ ਇੱਕ ਮਾਡਲ ਬਣਾ ਲੈਂਦੇ ਸੀ, ਅਰਥ ਦਾ ਇੱਕ ਨਮੂਨਾ ਬਣਾ ਲੈਂਦੇ ਸੀ। ਉਹ ਨਮੂਨਾ ਸਾਨੂੰ ਅਰਥ ਦੀ ਸਟੱਡੀ ਕਰਨ ਦੇ ਵਿੱਚ ਕੰਮ ਆਉਂਦਾ ਸੀ। ਬੇਸਿਕਲੀ ਉਹ ਸਾਨੂੰ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਹੈਲਪ ਕਰਦਾ ਸੀ ਕਿ ਜਿਹੜਾ ਗਲੋਬ ਆ ਅਰਥ ਕਿੱਦਾਂ ਕੰਮ ਕਰਦੀ ਹੈ, ਅਰਥ ਦੇ ਉੱਤਰ ਦੇ ਵਿੱਚ ਕੌਣ ਹੈ, ਅਰਥ ਦੇ ਦੱਖਣ ਦੇ ਵਿੱਚ ਕੌਣ ਹੈ, ਠੀਕ ਹੈ, ਪੂਰਬ 'ਚ ਕੌਣ ਹੈ, ਅਰਥ ਦੇ ਪੱਛਮ 'ਚ ਕੌਣ ਹੈ। ਤਾਂ ਪਹਿਲਾ ਕੁਐਸਚਨ ਗਲੋਬ ਕੀ ਹੈ? ਗਲੋਬ ਬੇਸਿਕਲੀ ਕੁਛ ਨਹੀਂ ਹੈਗਾ। ਠੀਕ ਹੈ ਜੀ, ਗਲੋਬ ਕੀ ਹੈ? ਪਹਿਲਾ ਕੁਐਸਚਨ ਸਾਡਾ ਇਹ ਹੈ, ਗਲੋਬ ਕੀ ਹੈ? ਗਲੋਬ ਇੱਕ ਮਾਡਲ ਹੈ, ਇੱਕ ਨਮੂਨਾ ਹੈ ਜਿਹੜਾ ਸਾਨੂੰ ਅਰਥ ਦੇ ਉੱਤੇ ਕਿਸੇ ਵੀ ਚੀਜ਼ ਦੀ ਲੋਕੇਸ਼ਨ ਨੂੰ ਪਤਾ ਕਰਨ ਦੇ ਵਿੱਚ ਹੈਲਪ ਕਰਦਾ ਹੈ। ਗਲੋਬ ਕੀ ਹੈ? ਇੱਕ ਨਮੂਨਾ ਹੈ ਜਿਹੜਾ ਸਾਨੂੰ ਅਰਥ ਦੇ ਉੱਤੇ ਕਿਸੇ ਵੀ ਚੀਜ਼ ਦੀ ਲੋਕੇਸ਼ਨ ਨੂੰ ਪਤਾ ਕਰਨ ਦੇ ਵਿੱਚ ਕੀ ਕਰਦਾ ਹੈ? ਹੈਲਪ ਕਰਦਾ ਹੈ। ਹੁਣ ਅਸੀਂ ਗਲੋਬ ਤੋਂ ਪਤਾ ਕਰਵਾਉਣੀ ਹੈ ਕਿਸੇ ਚੀਜ਼ ਦੀ ਲੋਕੇਸ਼ਨ ਪਤਾ ਕਰਵਾਉਣ ਵਾਸਤੇ ਗਲੋਬ ਦੇ ਉੱਤੇ ਦੋ ਚੀਜ਼ਾਂ ਦੀ ਸਟੱਡੀ ਕੀਤੀ ਜਾਂਦੀ ਹੈ, ਦੋ ਚੀਜ਼ਾਂ ਨੂੰ ਪੜ੍ਹਿਆ ਜਾਂਦਾ ਹੈ। ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਦੈਟ ਇਜ਼ ਯੋਰ ਲੈਟੀਟਿਊਡਸ, ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਲੌਂਗੀਟਿਊਡਸ। ਲੌਂਗੀਟਿਊਡ ਹੁੰਦੇ ਕੀ ਨੇ ਅੱਗੇ ਪਿਕਚਰ ਰਾਹੀਂ ਪੂਰਾ ਡਿਟੇਲ 'ਚ ਸਮਝਾਉਂਗਾ। ਲੈਟੀਟਿਊਡ ਜਿਹਨੂੰ ਸਰਲ ਭਾਸ਼ਾ ਦੇ ਵਿੱਚ ਅਕਸ਼ਾਂਸ਼ ਤੇ ਦਸ਼ਾਂਤਰ ਰੇਖਾਵਾਂ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਕਲੀਅਰ ਹੋ ਗਈ ਇੰਨੀ ਕੁ ਗੱਲ? ਹਾਂ ਜਾਂ ਨਾ ਓਕੇ ਲਿਖ ਦਿਓ। ਅਗਰ ਜੇ ਇੰਨੀ ਕੁ ਗੱਲ ਕਲੀਅਰ ਹੈ ਤਾਂ ਓਕੇ ਲਿਖ ਦਿਓ ਜੀ। ਠੀਕ ਹੈ, ਤਾਂ ਗਲੋਬ ਕੀ ਹੈ? ਗਲੋਬ ਇੱਕ ਅਰਥ ਦਾ ਨਮੂਨਾ ਹੈ ਜਿਹੜਾ ਸਾਨੂੰ ਅਰਥ ਦੇ ਉੱਤੇ ਅਲੱਗ-ਅਲੱਗ ਚੀਜ਼ਾਂ ਦੀ ਲੋਕੇਸ਼ਨ ਪਤਾ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤੇ ਗਲੋਬ ਦੇ ਉੱਤੇ ਮੇਨਲੀ ਦੋ ਚੀਜ਼ਾਂ ਦੀ ਸਟੱਡੀ ਕੀਤੀ ਜਾਂਦੀ ਹੈ। ਇੱਕ ਸਟੱਡੀ ਕੀਤੀ ਜਾਂਦੀ ਹੈ ਬੱਚੋ ਲੈਟੀਟਿਊਡ ਦੀ, ਇੱਕ ਸਟੱਡੀ ਕੀਤੀ ਜਾਂਦੀ ਹੈ ਬੱਚੋ ਕਿਹਦੀ? ਲੌਂਗੀਟਿਊਡ ਦੀ। ਲੈਟੀਟਿਊਡ ਜਿਹਨੂੰ ਸਰਲ ਭਾਸ਼ਾ ਦੇ ਵਿੱਚ ਅਕਸ਼ਾਂਸ਼ ਕਹਿ ਦਿੱਤਾ ਜਾਂਦਾ ਹੈ, ਠੀਕ ਹੈ। ਲੌਂਗੀਟਿਊਡ ਜਿਹਨੂੰ ਸਰਲ ਭਾਸ਼ਾ 'ਚ ਦੇਸ਼ਾਂਤਰ ਰੇਖਾਵਾਂ ਕਹਿ ਦਿੱਤਾ ਜਾਂਦਾ ਹੈ। ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣ ਲੱਗਿਆ ਕਿਰਪਾ ਉਹਨੂੰ ਆਪਣੇ ਹੱਥ ਨਾਲ ਡਰਾਅ ਕਰ ਲਿਓ। ਮੰਨ ਕੇ ਚਲੋ ਆਹ ਸਾਡੇ ਕੋਲੇ ਅਰਥ ਹੈ, ਆਹ ਸਾਡੇ ਕੋਲੇ ਕੀ ਹੈ ਜੀ? ਇੱਕ ਅਰਥ ਹੈ, ਪੂਰੀ ਦੀ ਪੂਰੀ ਅਰਥ ਹੈ ਸਾਡੇ ਕੋਲੇ। ਅਰਥ ਉੱਤੇ ਦੋ ਤਰੀਕੇ ਦੀਆਂ ਲਾਈਨਾਂ ਖਿੱਚੀਆਂ ਜਾਣਗੀਆਂ। ਅਰਥ ਉੱਤੇ ਦੋ ਤਰੀਕੇ ਦੀਆਂ ਲਾਈਨਾਂ ਖਿੱਚੀ ਜਾਣਗੀਆਂ। ਇੱਕ ਲਾਈਨਾਂ ਖਿੱਚੀ ਜਾਣਗੀਆਂ ਇਸ ਫਾਰਮੈਟ ਦੇ ਵਿੱਚ ਜਿਹਨੂੰ ਤੁਸੀਂ ਹੋਰੀਜ਼ੋਨਟਲ ਕਹਿੰਦੇ ਹੋ, ਲੇਟਵੀਆਂ ਰੇਖਾਵਾਂ ਕਹਿ ਦਿਓ, ਠੀਕ ਹੈ। ਇੱਕ ਲਾਈਨਾਂ ਖਿੱਚੀ ਜਾਂਦੀਆਂ ਨੇ ਖੜਵੀਆਂ ਫਾਰਮੈਟ ਦੇ ਵਿੱਚ, ਇਹਨੂੰ ਅਸੀਂ ਵਰਟੀਕਲ ਕਹਿੰਦੇ ਹਾਂ। ਇਹਨੂੰ ਅਸੀਂ ਕਿਹੜੀ ਕਹਿ ਦਿੰਦੇ ਹਾਂ ਜੀ? ਇਹਨੂੰ ਅਸੀਂ ਵਰਟੀਕਲ ਕਹਿ ਦਿੰਦੇ ਹਾਂ। ਜਿੰਨੀਆਂ ਵੀ ਅਰਥ ਨੂੰ ਸਟੱਡੀ ਕਰਨ ਵਾਸਤੇ ਅਸੀਂ ਹੋਰੀਜ਼ੋਨਟਲ ਰੇਖਾਵਾਂ ਖਿੱਚਦੇ ਹਾਂ, ਲੇਟੀਆਂ ਹੋਈਆਂ ਰੇਖਾਵਾਂ ਖਿੱਚਦੇ ਹਾਂ, ਤਾਂ ਯਾਦ ਰੱਖਿਓ ਇਹਨਾਂ ਨੂੰ ਹੀ ਲੈਟੀਟਿਊਡ ਜਾਂ ਫਿਰ ਤੁਹਾਡੀ ਭਾਸ਼ਾ ਦੇ ਵਿੱਚ ਅਕਸ਼ਾਂਸ਼ ਰੇਖਾਵਾਂ ਕਹਿ ਦਿੱਤਾ ਜਾਂਦਾ ਹੈ।
अर्थ ਦੇ ਉੱਤੇ ਜਿੰਨੀਆਂ ਵੀ ਹੋਰੀਜ਼ੋਨਟਲ ਰੇਖਾਵਾਂ ਅਸੀਂ ਖਿੱਚਾਂਗੇ, ਜਿੰਨੀਆਂ ਵੀ ਅਸੀਂ ਲੇਟੀ ਹੋਈ ਰੇਖਾਵਾਂ ਖਿੱਚਾਂਗੇ, ਉਹਨਾਂ ਨੂੰ ਲੈਟੀਟਿਊਡ ਜਾਂ ਅਕਸ਼ਾਂਸ਼ ਰੇਖਾਵਾਂ ਕਹਿ ਦਿੱਤਾ ਜਾਂਦਾ ਹੈ। ਤੇ ਅਰਥ ਦੇ ਉੱਤੇ ਜਿੰਨੀਆਂ ਵੀ ਅਸੀਂ ਖੜਵੀਆਂ ਰੇਖਾਵਾਂ ਖਿੱਚਦੇ ਹਾਂ ਸਟੱਡੀ ਕਰਨ ਵਾਸਤੇ, ਉਹਨਾਂ ਨੂੰ ਅਸੀਂ ਲੌਂਗੀਟਿਊਡ ਕਹਿ ਦਿੱਤਾ ਜਾਂਦਾ ਹੈ। ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਉਹਨਾਂ ਨੂੰ ਅਸੀਂ ਲੌਂਗੀਟਿਊਡਸ ਕਹਿ ਦਿੰਦੇ ਹਾਂ। ਯਾਦ ਰੱਖਿਓ ਕੀ ਕਹਿ ਦਿੰਦੇ ਹਾਂ ਬੱਚੋ? ਲੌਂਗੀਟਿਊਡ ਜਾਂ ਤੁਹਾਡੇ ਵਾਲੀ ਭਾਸ਼ਾ ਦੇ ਵਿੱਚ ਦੇਸ਼ਾਂਤਰ ਰੇਖਾਵਾਂ ਕਹਿ ਦਿੱਤਾ ਜਾਂਦਾ ਹੈ। ਤਾਂ ਹੁਣ ਇੱਕ ਗੱਲ ਸਾਡੇ ਮੱਦੇ ਨਜ਼ਰ ਹੋਗੀ, ਅਰਥ ਨੂੰ ਸਟੱਡੀ ਕਰਨ ਦੇ ਵਿੱਚ ਜਿੰਨੀਆਂ ਲੇਟਵੀਆਂ ਹੋਣਗੀਆਂ ਲੈਟੀਟਿਊਡ, ਜਿੰਨੀਆਂ ਖੜਵੀਆਂ ਹੋਣਗੀਆਂ ਉਹਨਾਂ ਨੂੰ ਕੀ ਕਹਾਂਗੇ? ਲੌਂਗੀਟਿਊਡ। ਬਾਤ ਕਲੀਅਰ ਹੈ? ਅਰਥ ਦੇ ਉੱਤੇ ਅਸੀਂ ਅਰਥ ਨੂੰ ਸਟੱਡੀ ਕਰਨ ਵਾਸਤੇ ਅਰਥ ਦੇ ਮੱਧ ਦੇ ਵਿੱਚ ਇੱਕ ਰੇਖਾ ਖਿੱਚ ਲਈ। ਅਰਥ ਨੂੰ ਸਟੱਡੀ ਕਰਨ ਵਾਸਤੇ ਅਰਥ ਦੇ ਬਿਲਕੁਲ ਕੇਂਦਰ ਦੇ ਵਿੱਚ, ਅਰਥ ਦੇ ਬਿਲਕੁਲ ਸੈਂਟਰ ਦੇ ਵਿੱਚ ਅਸੀਂ ਇੱਕ ਲਾਈਨ ਖਿੱਚ ਲਈ ਤੇ ਇਹਨੂੰ ਨਾਮ ਦਿੱਤਾ 0 ਡਿਗਰੀ। ਹੁਣ 0 ਡਿਗਰੀ ਨਾਮ ਦਿੱਤਾ ਹੈ। ਧਿਆਨ ਨਾਲ ਦੇਖੋ, ਇਹ ਰੇਖਾ ਹੋਰੀਜ਼ੋਨਟਲ ਹੈ ਜਾਂ ਇਹ ਰੇਖਾ ਵਰਟੀਕਲ ਹੈ? ਇਹ ਰੇਖਾ ਹੋਰੀਜ਼ੋਨਟਲ ਹੈ। ਜੇ ਇਹ ਰੇਖਾ ਹੋਰੀਜ਼ੋਨਟਲ ਹੈ ਤਾਂ ਮਤਲਬ ਇਹ ਕੀ ਹੋਊਗੀ? ਇਹ ਲੈਟੀਟਿਊਡ ਹੋਊਗੀ। ਤਾਂ ਜਿਹੜੀ 0 ਡਿਗਰੀ ਅਸੀਂ ਉਰੇ ਖਿੱਚੀ ਹੈ, ਜਾਂ ਇਹ ਕਹਿ ਲਓ ਜਿਹੜੀ ਅਸੀਂ 0 ਡਿਗਰੀ ਲੈਟੀਟਿਊਡ ਖਿੱਚੀ ਹੈ, ਇਹਨੂੰ ਅਸੀਂ ਬੱਚੋ ਸਰਲ ਭਾਸ਼ਾ ਦੇ ਵਿੱਚ ਇਕੁਏਟਰ ਜਾਂ ਭੂਮੱਧ ਰੇਖਾ ਕਹਿ ਦਿੰਦੇ ਹਾਂ। ਇਹਨੂੰ ਅਸੀਂ ਸਰਲ ਭਾਸ਼ਾ ਦੇ ਵਿੱਚ ਇਕੁਏਟਰ ਜਾਂ ਫਿਰ ਭੂਮੱਧਿਆ ਰੇਖਾ ਕਹਿ ਦਿੱਤਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕੀ ਆ ਗਿਆ ਕਿ 0 ਡਿਗਰੀ ਲੈਟੀਟਿਊਡ ਕਿਹਨੂੰ ਕਿਹਾ ਜਾਂਦਾ ਹੈ? ਤਾਂ ਜਿਹੜਾ 0 ਡਿਗਰੀ ਲੈਟੀਟਿਊਡ ਹੈ ਬਾਈ ਜੀ, ਇਹਨੂੰ ਇਕੁਏਟਰ ਕਹਿੰਦੇ ਨੇ। ਇਕੁਏਟਰ ਦਾ ਮਤਲਬ ਕੀ ਹੈ? ਭੂਮੱਧ ਰੇਖਾ। ਹੁਣ ਇਹ ਗਲੋਬ ਦੇ ਉੱਤੇ ਆ ਜਾਓ, ਇਸ ਗਲੋਬ ਦੇ ਉੱਤੇ ਝਾਤੀ ਮਾਰੋ ਜ਼ਰਾ ਧਿਆਨ ਨਾਲ। ਪਹਿਲਾਂ ਕਨਸੈਪਟ ਬਿਲਡ ਕਰਦੇ ਆ, ਫਿਰ ਅੱਗੇ ਹੌਲੀ ਹੌਲੀ ਜਾ ਕੇ ਕੀ MCQ ਬਣਦੇ ਨੇ ਉਹ ਵੀ ਦੇਖਾਂਗੇ। ਇਸ ਗਲੋਬ ਦੇ ਉੱਤੇ ਦੇਖੋ, ਤੁਹਾਨੂੰ ਆ ਬਲੈਕ ਕਲਰ ਦੀ ਲਾਈਨ ਦਿਖ ਰਹੀ ਹੈ ਜਿਹੜੀ ਜਮੀ ਸੈਂਟਰ ਚੋਂ ਲੰਘ ਰਹੀ ਹੈ। ਇਹ ਇਕੁਏਟਰ ਨੂੰ ਸ਼ੋ ਕਰ ਰਹੀ ਹੈ। ਇਹਨੂੰ ਸ਼ੋ ਕਰ ਰਹੀ ਹੈ ਇਕੁਏਟਰ ਨੂੰ। ਇੱਕ ਹੋਰ ਲਾਈਨ ਦੇਖੋ ਬਿਲਕੁਲ ਇਹਦੇ ਪੈਰਲਲ ਜਾ ਰਹੀ ਹੈ, ਆਹ ਵਾਲੀਆਂ। ਇਹ ਸਾਰੀਆਂ ਹੋਰੀਜ਼ੋਨਟਲ ਨੇ, ਯਾਨੀ ਕਿ ਲੇਟੀਆਂ ਹੋਈਆਂ ਨੇ। ਠੀਕ ਹੈ, ਤਾਂ ਇਹ ਸਾਰੀਆਂ ਕੀ ਹੋ ਗਈਆਂ? ਇਹ ਸਾਰੀਆਂ ਪਿਆਰੇ ਬੱਚੋ ਲੈਟੀਟਿਊਡਸ ਹੋ ਗਈਆਂ। ਇਹ ਸਾਰੀਆਂ ਕੀ ਹੋ ਗਈਆਂ? ਲੈਟੀਟਿਊਡਸ। ਤੇ ਜੇ ਨਾਲ ਦੀ ਨਾਲ ਤੁਸੀਂ ਦੇਖੋ ਤਾਂ ਤੁਹਾਨੂੰ ਕੁਝ ਰੇਖਾਵਾਂ ਉੱਪਰੋਂ ਨੀਚੇ ਵੱਲ ਗਿਰਦੀਆਂ ਹੋਈਆਂ ਦਿਖ ਰਹੀਆਂ ਨੇ। ਐਵੇਂ ਉੱਪਰ ਤੋਂ ਕਿੱਥੇ ਵਾਲੀ? ਨੀਚੇ ਵੱਲ ਗਿਰਦੀ ਹੋਈਆਂ ਦਿਖ ਰਹੀਆਂ ਨੇ। ਤਾਂ ਧਿਆਨ ਨਾਲ ਸਮਝੋ ਬੱਚੋ, ਤਾਂ ਇਹ ਵਾਲੀ ਰੇਖਾ ਕਿਹੜੀਆਂ ਹੋ ਗਈਆਂ? ਲੌਂਗੀਟਿਊਡ ਹੋ ਗਈਆਂ। ਇਹ ਵਾਲੀ ਰੇਖਾ ਕਿਹੜੀਆਂ ਹੋ ਗਈਆਂ? ਲੌਂਗੀਟਿਊਡ ਜਾਂ ਦੇਸ਼ਾਂਤਰ ਰੇਖਾਵਾਂ ਹੋ ਗਈਆਂ। ਪਹਿਲਾਂ ਤਾਂ ਇਹ ਦੱਸ ਦਿਓ, ਇੰਨੀ ਕੁ ਗੱਲ ਕਲੀਅਰ ਹੈ, ਹਾਂ ਜਾਂ ਨਾ? ਇੰਨੀ ਕੁ ਗੱਲ ਕਲੀਅਰ ਹੈ, ਹਾਂ ਜਾਂ ਨਾ? बोलो वीरे, इतनी सी बात क्लियर है? यस और नो? अगर क्लियर है तो ओके लिख दो। यस सर, ठीक है जी। अगे बढ़ते हैं, इक्वेटर के उत्ते अगे बढ़ते हैं। नैक्सट देखो जी, इक्वेटर या जिन्हों भूमध्य रेखा कह दिता जाता है। ठीक है जी, आ साडे कोले अर्थ है। अर्थ का एक पूरा का पूरा तुसी मॉडल देख पा रहे हो। अर्थ के बिल्कुल केंद्र चों एक लाइन गुजर रही है जिन्हों असी की कह दिता? इक्वेटर या भूमध्य रेखा कह दिता। ठीक है जी, अगे बढ़ते हैं। अर्थ तो जे तुसी उपर वली आ इक्वेटर तो उपर वली जाओगे या इक्वेटर तो कित्थे जाओगे? नीचे वली नूं जाओगे। मेरी गल ध्यान नाल समझो, एक चीज़ याद रखनी है। जे तुसी कदे रीजनिंग पढ़ी होवे, रीजनिंग च आपां एक चीज़ कढ़दे हुंदे आ कि उपर वाला पॉइंट की हुंदा? नॉर्थ, जिन्हों तुसी उत्तर कह दिंदे हो। नीचे वाला पॉइंट की हुंदा? साउथ, जिन्हों तुसी दखन कह दिंदे हो। ए वाला पॉइंट की हुंदा? ईस्ट, जिन्हों तुसी पूर्व कह दिंदे हो। ते ए वाला पॉइंट की हुंदा बच्चों? वैस्ट, जिन्हों तुसी पश्चिम कह दिंदे हो। की कह दिंदे हो? पश्चिम कह दिंदे हो। हुण असी इक्वेटर तो जे उपर वल्ली नूं जाइए, इक्वेटर तो उपर वल्ली नूं जाइए तो यह मतलब है असी नॉर्थ वल्ली जा रहे हैं, उत्तर वल्ली जा रहे हैं। जे असी इक्वेटर तो नीचे वल्ली नूं जावांगे तो यह मतलब है असी साउथ वल्ली जा रहे हैं। किहदे वल्ली जा रहे हैं? साउथ वल्ली जा रहे हैं। तो असी ये कह सकते हैं कि इक्वेटर है जिहड़ा उन्हें साडी धरती नूं दो हिस्सिਆਂ ਦੇ ਵਿੱਚ ਵੰਡਤਾ। इक्वेटर ने, भूमध्य रेखा ने साडी धरती नूं, साडे ग्लोब नूं दो हिस्सिਆਂ ਦੇ ਵਿੱਚ ਵੰਡ ਦਿੱਤਾ। ਉੱਪਰ ਵਾਲੇ ਨੂੰ ਅਸੀਂ ਬੋਲਤਾ नॉर्थ हेमीस्फीयर। नॉर्थ मतलब उत्तर, हेमीस्फीयर का मतलब गोलार्ध, उत्तरी गोलार्ध। ते नीचे वाले ਨੂੰ ਅਸੀਂ नाम देता साउथ हेमीस्फीयर। की नाम देता प्यारे बच्चों? साउथ हेमीस्फीयर, यानी कि दक्षिणी गोलार्ध। की नाम देता जी? दक्षिणी गोलार्ध। तो इक्वेटर की है? इक्वेटर 0 डिग्री लैटीट्यूड है। भूमध्य रेखा 0 डिग्री लैटीट्यूड है, ਜਿਹੜੀ अर्थ ਨੂੰ दो बराबर हिस्सिਆਂ ਦੇ ਵਿੱਚ ਵੰਡਦੀ ਹੈ। ਇੱਕ ਨੂੰ ਅਸੀਂ ਉੱਤਰੀ ਗੋਲਾਰਧ यानी कि नॉर्थ हेमीस्फीयर ਕਹਿੰਦੇ ਹਾਂ, ਇੱਕ ਨੂੰ ਅਸੀਂ साउथ हेमीस्फीयर यानी कि दक्षिणी गोलार्ध ਕਹਿੰਦੇ ਹਾਂ।
ਇੱਕ ਗੱਲ ਤੁਹਾਨੇ ਉਰੇ ਮੱਦੇਨਜ਼ਰ ਕੀ ਰੱਖਣੀ ਹੈ, ਵਾਪਿਸ ਚੱਲਦੇ ਹਾਂ ਇਸ ਸਲਾਈਡ ਦੇ ਉੱਤੇ ਧਿਆਨ ਨਾਲ। ਇਹਦੇ ਵਿੱਚ ਇੱਕ ਗੱਲ ਦੇਖੋ, ਅਸੀਂ ਗੱਲ ਕੀਤੀ ਲੈਟੀਟਿਊਡ ਅਕਸ਼ਾਂਸ਼ ਤੇ ਦੇਸ਼ਾਂਸ਼ ਰੇਖਾਵਾਂ ਦੀ, ਅਸੀਂ ਗੱਲ ਕੀਤੀ ਇਕੁਏਟਰ ਦੀ। ਇਹ ਸਾਰੀਆਂ ਇਮੈਜਿਨਰੀ ਲਾਈਨਸ ਨੇ। ਇਮੈਜਿਨਰੀ ਦਾ ਮਤਲਬ ਕੀ ਹੁੰਦਾ ਪਿਆਰੇ ਬੱਚੋ, ਇਹ ਸਾਰੀਆਂ ਕਾਲਪਨਿਕ ਨੇ। ਹੁਣ ਕਾਲਪਨਿਕ ਦਾ ਮਤਲਬ ਕੀ ਹੁੰਦਾ ਹੈ? ਕਾਲਪਨਿਕ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਆਪਦੇ ਫਾਇਦੇ ਵਾਸਤੇ, ਆਪਦੀ ਜਾਨ ਵਾਸਤੇ, ਆਪਦੀ ਪਹਿਚਾਨ ਵਾਸਤੇ ਜਾਂ ਆਪਦੀ ਸਟੱਡੀ ਵਾਸਤੇ ਬਣਾਉਣੇ ਆ। ਅਸਲ ਦੇ ਵਿੱਚ ਧਰਤੀ ਦੇ ਉੱਤੇ ਤੁਹਾਨੂੰ ਕਿਤੇ ਵੀ ਭੂਮੱਧ ਰੇਖਾ ਖਿੱਚੀ ਹੋਈ ਨਜ਼ਰ ਨਹੀਂ ਆਣੀ। ਇਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ। ਧਰਤੀ ਨੂੰ ਸਟੱਡੀ ਕਰਨ ਵਾਸਤੇ ਬਣਾਈਆਂ ਗਈਆਂ ਨੇ, ਪਤਾ ਕਰਨ ਵਾਸਤੇ ਵੀ ਕਿਹੜੀ ਚੀਜ਼ ਧਰਤੀ ਦੇ ਕਿੰਨੇ ਟਾਈਮ ਤੋਂ ਅੱਗੇ ਹੈ ਤੇ ਕਿਹੜੀ ਚੀਜ਼ ਧਰਤੀ ਦੇ ਕਿੰਨੇ ਟਾਈਮ ਤੋਂ ਪਿੱਛੇ ਹੈ। ਕਲੀਅਰ ਹੈ ਜੀ। ਤਾਂ ਜਿੰਨੀਆਂ ਵੀ ਅਕਸ਼ਾਂਸ਼ ਦੇਸ਼ਾਂਸ਼ ਰੇਖਾਵਾਂ ਨੇ, ਭੂਮੱਧ ਰੇਖਾਵਾਂ ਨੇ, ਸਾਰੀ ਦੀ ਸਾਰੀਆਂ ਕੀ ਹੁੰਦੀਆਂ ਨੇ? ਇਮੈਜਿਨਰੀ ਲਾਈਨਸ ਹੁੰਦੀਆਂ ਨੇ, ਕਾਲਪਨਿਕ ਰੇਖਾਵਾਂ ਹੁੰਦੀਆਂ ਨੇ। ਕਲੀਅਰ ਹੈ। ਤਾਂ ਇਕੁਏਟਰ, ਇਕੁਏਟਰ ਦੇ ਉੱਤੇ 4 ਪੁਆਇੰਟ ਸਾਡੇ ਕੋਲ ਯਾਦ ਕਰਨ ਜੋਗੇ ਹੋ ਗਏ। ਇਕੁਏਟਰ ਦੇ ਉੱਤੇ ਪਹਿਲਾ ਪੁਆਇੰਟ ਸਾਡੇ ਕੋਲ ਯਾਦ ਕਰਨ ਵਾਸਤੇ ਕੀ ਹੋ ਗਿਆ ਕਿ ਇਕੁਏਟਰ ਅਸਲ ਦੇ ਵਿੱਚ 0 ਡਿਗਰੀ ਲੈਟੀਟਿਊਡ ਹੈ। ਇਕੁਏਟਰ ਅਸਲ ਦੇ ਵਿੱਚ ਸਾਡੇ ਕੋਲੇ 0 ਡਿਗਰੀ ਲੈਟੀਟਿਊਡ ਹੈ, ਜਾਂ ਫਿਰ 0 ਡਿਗਰੀ ਲੈਟੀਟਿਊਡ ਕਹਿ ਲਓ, ਜਾਂ ਫਿਰ 0 ਡਿਗਰੀ ਜਿਹਨੂੰ ਅਸੀਂ ਆਪਾਂ ਹਿੰਦੀ ਦੇ ਵਿੱਚ ਅਕਸ਼ਾਂਸ਼ ਜਾਂ ਪੰਜਾਬੀ ਦੇ ਵਿੱਚ ਅਕਸ਼ਾਂਸ਼ ਰੇਖਾਵਾਂ ਵੀ ਕਹਿ ਦਿੰਦੇ ਹਾਂ। ਕਲੀਅਰ ਹੋ ਗਈ ਗੱਲ, ਹਾਂ ਜਾਂ ਨਾ? ਤਾਂ ਇਹ 0 ਡਿਗਰੀ ਅਕਸ਼ਾਂਸ਼। ਦੇਖੋ ਜੀ, ਠੇਠ ਪੰਜਾਬੀ ਨਹੀਂ ਮੈਂ ਪੂਰਾ ਬੋਲ ਸਕਦਾ, ਪਰ ਹਾਂ ਤੁਹਾਨੂੰ ਸਮਝਾਉਣ ਕਨਸੈਪਟ ਬਿਲਡ ਵਾਸਤੇ ਮੈਂ ਪੰਜਾਬੀ ਬੋਲ ਦੂੰਗਾ। 0 ਡਿਗਰੀ ਅਕਸ਼ਾਂਸ਼ ਕਹਿ ਦਿੰਦੇ ਆ। ਕਲੀਅਰ ਹੈ। ਅਗਲਾ ਕੁਐਸਚਨ, ਇਸ ਪਿਕਚਰ ਨੂੰ ਧਿਆਨ ਨਾਲ ਦੇਖੋ, ਇਹਦੇ ਉੱਤੇ ਡਬਲ ਸਟਾਰ ਲਗਾ ਲਓ, ਇਹ ਪੇਪਰ ਦਾ ਕੁਐਸਚਨ ਹੈ। ਆ ਪੂਰਾ ਸਾਡਾ ਗਲੋਬ ਯਾਨੀ ਕਿ ਧਰਤੀ ਹੈ। ਆ ਵਾਲੀ, ਆ ਜਿਹੜੀ ਤੁਹਾਨੂੰ ਟਿਕ 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 ਕਰਦੀ ਦਿਖ ਰਹੀ ਹੈ, ਇਹ ਸਾਡੀ ਇਕੁਏਟਰ ਹੈ। ਇਕੁਏਟਰ ਜਿਹੜੀ ਹੈ ਅਲੱਗ-ਅਲੱਗ ਦੇਸ਼ਾਂ ਚੋਂ ਪਾਸ ਹੁੰਦੀ ਹੈ। ਤਾਂ ਕੁਐਸਚਨ ਆਉਂਦਾ ਵੀ ਇਕੁਏਟਰ ਜਾਂ ਭੂਮੱਧ ਰੇਖਾ ਗਲੋਬ ਦੇ ਉੱਤੋਂ ਜਾਂ ਧਰਤੀ ਦੇ ਵਿੱਚੋਂ ਕਿੰਨੇ ਕੰਟਰੀਆਂ ਚੋਂ ਪਾਸ ਹੁੰਦੀ ਹੈ? ਸੁਪਰ ਇੰਪੋਰਟੈਂਟ ਕੁਐਸਚਨ। ਤਾਂ ਕਿੰਨੇ ਕੰਟਰੀਆਂ ਚੋਂ ਪਾਸ ਹੁੰਦੀ ਹੈ? 13 ਕੰਟਰੀਆਂ ਚੋਂ ਪਾਸ ਹੁੰਦੀ ਹੈ। ਭੂਮੱਧ ਰੇਖਾ ਗਲੋਬ ਦੇ ਉੱਤੋਂ ਜਾਂ ਧਰਤੀ ਦੇ ਵਿੱਚੋਂ ਕਿੰਨੀਆਂ ਕੰਟਰੀਆਂ ਤੋਂ, ਕਿੰਨੇ ਦੇਸ਼ਾਂ ਤੋਂ ਪਾਸ ਹੁੰਦੀ ਹੈ? ਤਾਂ ਇਹ 13 ਦੇਸ਼ਾਂ ਤੋਂ ਪਾਸ ਹੁੰਦੀ ਹੈ। ਯਾਦ ਰੱਖਿਓ ਬੱਚੋ, ਕਿੰਨੇ ਦੇਸ਼ਾਂ ਤੋਂ ਪਾਸ ਹੁੰਦੀ ਹੈ? ਇਹ 13 ਦੇਸ਼ਾਂ ਚੋਂ ਪਾਸ ਹੁੰਦੀ ਹੈ। ਹਾਂਜੀ, ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ, ਉਰੇ ਤੱਕ ਕੋਈ ਡਾਊਟ ਹੈਗਾ? ਯੈਸ ਔਰ नो? उरे तक कोई डाउट हैगा? यस और नो बताइए। बाकी भी लिख दो भाई। इक्वेटर यानी कि भूमध्य रेखा एक 0 डिग्री लैटीट्यूड यानी कि 0 डिग्री अक्षांश रेखा है ਜਿਹੜੀ ਕਿ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ। ਇੱਕ ਨੂੰ ਉੱਤਰੀ ਗੋਲਾਰਧ ਤੇ ਦੂਸਰੇ ਨੂੰ ਦੱਖਣੀ ਗੋਲਾਰਧ ਕਿਹਾ ਜਾਂਦਾ ਹੈ। ਭੂਮਧਿਆ ਰੇਖਾ ਜਿਹੜੀ ਹੈ ਇਹ ਇੱਕ ਕਾਲਪਨਿਕ ਰੇਖਾ ਹੈ ਜੋ ਕਿ ਗਲੋਬ ਦੇ ਉੱਤੋਂ ਜਾਂ ਐਂ ਕਹਿ ਲਓ ਧਰਤੀ ਦੇ ਉੱਤੋਂ 13 ਦੇਸ਼ਾਂ ਦੇ ਵਿੱਚੋਂ ਪਾਸ ਹੁੰਦੀ ਹੈ। ਇੱਕ ਇੰਗਲਿਸ਼ ਦੇ ਵਿੱਚ ਸ਼ਬਦ ਹੁੰਦਾ ਹੈ ਦੈਟ ਇਜ਼ ਨੋਨ ਐਜ਼ ਕੌਂਟੀਨੈਂਟ। ਇੰਗਲਿਸ਼ ਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਜਿਹਨੂੰ ਬੋਲਦੇ ਨੇ ਕੌਂਟੀਨੈਂਟ, ਜਾਂ ਹਿੰਦੀ ਪੰਜਾਬੀ ਚ ਬੋਲਦੇ ਨੇ ਮਹਾਦਵੀਪ। हिंदी पंजाबी च की बोलते हैं? महाद्वीप। यहाँ लिख लेते हैं, हिंदी पंजाबी च बोलते हैं महाद्वीप। ठीक है जी, कॉन्टिनेंट या महाद्वीप। बेसिकली सानू पता असीं छोटी क्लासां चों पढ़ते आए हैं 7 महाद्वीप हुंदे ने या 7 कॉन्टिनेंट हुंदे ने। अगला क्वेश्चन, इक्वेटर है जिहड़ी ਉਹ ਕਿੰਨੇ ਮਹਾਦੀਪਾਂ ਦੇ ਵਿੱਚੋਂ ਪਾਸ ਹੁੰਦੀ ਹੈ? ਅਗਲਾ ਕੁਐਸਚਨ ਕੀ ਹੈ? ਇਕੁਏਟਰ ਹੈ ਜਿਹੜੀ ਉਹ ਕਿੰਨੇ ਮਹਾਦੀਪਾਂ ਚੋਂ ਜਾਂ ਕਿੰਨੇ ਕੌਂਟੀਨੈਂਟਸ ਚੋਂ ਪਾਸ ਹੁੰਦੀ ਹੈ? ਤਾਂ ਇਕੁਏਟਰ 3 ਮਹਾਦੀਪਾਂ ਦੇ ਵਿੱਚੋਂ ਲੰਘਦੀ ਹੈ। ਇੱਕ ਦਾ ਨਾਮ ਹੈ ਸਾਊਥ ਅਮਰੀਕਾ ਯਾਨੀ ਕਿ ਦੱਖਣੀ ਅਮਰੀਕਾ, ਦੂਸਰੇ ਦਾ ਨਾਮ ਹੈ ਅਫਰੀਕਾ ਯਾਨੀ ਕਿ ਅਫਰੀਕਾ, ਏਸ਼ੀਆ ਯਾਨੀ ਕਿ ਏਸ਼ੀਆ। 13 ਕੰਟਰੀਆਂ ਚੋਂ ਲੰਘਦੀ ਹੈ ਇਕੁਏਟਰ ਭੂਮੱਧ ਰੇਖਾ। ਠੀਕ ਹੈ, ਬਾਈਲੈਂਗੁਅਲ ਲਿਖਿਆ ਹੋਇਆ, ਤੁਸੀਂ ਉਰੇ ਪੜ੍ਹ ਸਕਦੇ ਹੋ ਕਿ ਭੂਮੱਧ ਰੇਖਾ 13 ਦੇਸ਼ਾਂ ਵਿੱਚੋਂ 3 ਮਹਾਦੀਪਾਂ ਦੇ ਵਿੱਚੋਂ ਲੰਘਦੀ ਹੈ। 3 ਮਹਾਦੀਪ ਕਿਹੜੇ ਨੇ? ਦੱਖਣੀ ਅਮਰੀਕਾ, ਅਫਰੀਕਾ ਅਤੇ ਏਸ਼ੀਆ। ਹੁਣ ਕਦੇ ਕਦਾਈ ਤੁਹਾਡੇ ਤੋਂ ਕੁਐਸਚਨ ਪੁੱਛ ਲੇ ਕਿ ਇਕੁਏਟਰ ਇੰਡੀਆ ਚੋਂ ਲੰਘਦੀ ਹੈ? ਨਾ, ਨੋ। ਇਕੁਏਟਰ ਕੀ ਇੰਡੀਆ ਚੋਂ ਪਾਸ ਹੁੰਦੀ ਹੈ? ਨਾ, ਇੰਡੀਆ ਚੋਂ ਪਾਸ ਨਹੀਂ ਹੁੰਦੀ। ਇਹ ਗੱਲ ਯਾਦ ਰੱਖਿਓ। 1 ਮਿੰਟ ਦਾ ਟਾਈਮ ਦੇਤਾ ਤੁਹਾਨੂੰ, ਸਾਰਾ ਰੀਡਿੰਗ ਲੈ ਲਓ। ਕੋਈ ਵੀ ਦਿੱਕਤ ਹੈ ਤਾਂ ਮੈਨੂੰ ਹੁਣੀ ਦੱਸ ਦਿਓ। ਠੀਕ ਹੈ, ਪਹਿਲੀ ਕਲਾਸ ਹੈ ਆਪਣੀ। ਤੁਹਾਨੂੰ ਕੋਈ ਜੇ ਲੱਗਦਾ ਵੀ ਕੋਈ ਸਪੀਡ ਤੇਜ਼ ਜਾਂ ਸਲੋ ਹੈ ਜਾਂ ਕਿਸੇ ਚੀਜ਼ ਦਾ ਵਰਣਨ ਹੋਰ ਜ਼ਿਆਦਾ ਕਰਵਾਉਣਾ ਤਾਂ ਪਹਿਲਾਂ ਹੀ ਦੱਸ ਦਿਓ। ਤੁਹਾਨੂੰ 1 ਮਿੰਟ ਦਾ ਟਾਈਮ ਦਿੱਤਾ, ਰੀਡਿੰਗ ਲੈ ਲਓ।
जे कोई डाउट नहीं हैगा तो ओके लिख दो ताकि मैं अगे बढ़ ला। जे कोई डाउट नहीं हैगा तो ओके लिख दो तो मैं अगे बढ़ ला। बोलो भाई, है कोई डाउट? ओके सर, ओके जी, ठीक है। नेक्स्ट आगे चलते हैं। ठीक है, यहां पर हमारे पास स्पेस है, यहां पर मैं आपको 2-4 चीजें एक्स्ट्रा बता देता हूं। ये होगी अर्थ। अर्थ के सेंटर में 0 डिग्री पे तुसी बना लिया इक्वेटर, या जिन्हों तुसी की कह रहे हो भूमध्य रेखा कह रहे हो, भूमध्य रेखा। ठीक है जी। ऊपर थोनों मैंने दसिया नॉर्थ पोल है यानी कि उत्तरी ध्रुव है, नीचे मैं थोनों दसिया की हुंदा साउथ पोल यानी कि दक्षिणी ध्रुव हुंदा है। 0 डिग्री तो उपर वल्ली जावांगे तो असी नॉर्थ वल्ली जावांगे, 0 डिग्री तो नीचे वल्ली जावांगे तो असी किहदे वल्ली जावांगे, साउथ वल्ली जावांगे। हुण जो मैं थोनों समझाउण जा रहे हैं, कृपया करके जे तुसीं 5 मिनट समझ लिया तो अगली 3 स्लाइडां पढ़न की लोड़ नहीं पैनी, सानूं सारी चीज़ समझ आ गई। ठीक है, असी गल कर रहे हैं प्यारे बच्चों लैटीट्यूड्स की यानी कि अशांतर रेखावां की। 5 ਇਹੋ ਜਿਹੀਆਂ लैटीट्यूड रेखावां ने, 5 ਇਹੋ ਜਿਹੀਆਂ लैटीट्यूड रेखावां ने जिन्हां दे उत्ते ਉਹ क्वेश्चन पुछदा है। एक लैटीट्यूड रेखा हुंदी है इक्वेटर, की हुंदी है जी, इक्वेटर, जिन्हों तुसीं भूमध्य रेखा कह रहे हो। एक लैटीट्यूड रेखा हुंदी है ट्रॉपिक ऑफ कैंसर, जिन्हों तुसीं कर्क रेखा कहते हो, ट्रॉपिक ऑफ कैंसर, जिन्हों तुसीं बच्चों कर्क रेखा भी कह रही हो। एक रेखा हुंदी है ट्रॉपिक ऑफ कैप्रिकॉन, ट्रॉपिक ऑफ कैप्रिकॉन, ਉਹਨੂੰ ਅਸੀਂ मकर रेखा भी कह ਦਿੰਦੇ ਹਾਂ। ਕਿਹੜੀ रेखा कह ਦਿੰਦੇ ਹਾਂ, मकर रेखा। चौथी हुंदी है प्यारे बच्चों आर्कटिक सर्कल, ਕਿਹੜੀ ਹੁੰਦੀ है, आर्कटिक सर्कल, ਇਹਨੂੰ पंजाबी ਦੇ ਵਿੱਚ आर्कटिक ਚੱਕਰ कह ਦਿੰਦੇ ਹਾਂ। पंजवीं हुंदी है अंटार्कटिका सर्कल या अंटार्कटिका चक्कर कह दिंदे हैं, अगे लिखिया मिलूगा सारा, अंटार्कटिका सर्कल या अंटार्कटिका चक्कर भी कह दिता जाता है। ये 5 ਦੇ ਉੱਤੇ ਹੀ क्वेश्चन आना है, ये 5 लैटीट्यूड का ही हिस्सा हैं, ये 5 किहदा हिस्सा हैं, लैटीट्यूड का। हुण मैं 0 डिग्री तो उपर गया, उपर नूं जा रहा तो नॉर्थ आऊगा, 1 डिग्री उपर गया तो नाल पाता नॉर्थ, 1 डिग्री नॉर्थ, फिर मैं उपर गया। ठीक है, तो उरे मैंने लिखता बच्चों की 2 डिग्री नॉर्थ, फिर मैं ऊपर गया। ठीक है, उरे बच्चों मैंने की लिखता 3 डिग्री नॉर्थ। हूँ क्वेश्चन की आंदा है, मैं 0 तो 1 गया यानी कि मैंने 1 डिग्री लैटीट्यूड कवर कर लिया, तो 1 डिग्री लैटीट्यूड कवर करने वास्ते मैनू 111 किलोमीटर का डिस्टेंस कवर करना पैंदा है। क्वेश्चन की मनू, ठीक है, 2 लैटीट्यूड्स दे विच, ठीक है, 2 लैटीट्यूड्स दे विच या 2 अशांक रेखावां दे विच कितनी दूरी हुंदी है, तो 2 अशांक रेखावां दे विच 111 किलोमीटर की दूरी हुंदी है। दिस क्वेश्चन इज मोस्ट इंपॉर्टेंट, प्लीज़ ये उत्ते डबल स्टार लगा लिता जाए। 2 लैटीट्यूड्स दे विच जिवें मैं 0 तो 1 गया ना मैं, तो ये विच वाली जिहड़ी आह दूरी होगी प्यारे बच्चों वो 111 किलोमीटर हो। तो 2 अक्षांश रेखावां दे विचकार वाली जिहड़ी दूरी हुंदी है वो कितनी हुंदी है, 111 किलोमीटर हुंदी है। वेरी इंपॉर्टेंट क्वेश्चन। नैक्सट अगे बढ़ते हैं। इसी तरीके नाल मैं चलदा गया, जब मैं बिल्कुल उरे टॉप ते पहुंचूंगा तो मैं उरे 90 डिग्री पहुंच जूँगा। उसी तरीके नाल जब मैं नीचे जाऊँगा 1 डिग्री साउथ, 2 डिग्री साउथ, 3 डिग्री साउथ या 4 डिग्री साउथ, नीचे जाऊँगा तो मैं कितने डिग्री ते आ गया, 90 डिग्री ते। कहने का भाव की है बच्चों, आ 0 डिग्री है, ये साडा सेंटर पॉइंट है जिन्हों मैं डार्क कर रहा। ये किहड़ा पॉइंट है, ये सेंटर पॉइंट है। 0 डिग्री तो ऊपर भी 90 होणगे, क्लीयर है। 0 डिग्री तो नीचे भी किन्ने होणगे, 90 होणगे। तो टोटल किन्ने लैटीट्यूड हो गए, टोटल किन्नियां अक्षांश रेखावां हो गई, 90 ऊपर 90 नीचे, एक इक्वेटर वाली जिहड़ी आ वाली कॉमन है, तो टोटल 181 अक्षांश रेखावां हो गई। साडे कोले क्वेश्चन आंदा है कि भाई ग्लोब के उत्ते टोटल किन्नियां अक्षांश रेखावां हुंदियां ने, तो ग्लोब के उत्ते टोटल 181 अक्षांश रेखावां हुंदियां ने, टोटल 181 लैटीट्यूड्स हुंदे ने। ये गल समझण वाली है,
ਤਾਂ ਗਲੋਬ ਦੇ ਉੱਤੇ ਟੋਟਲ ਕਿੰਨੀਆਂ ਅਕਸ਼ਾਂਸ਼ ਰੇਖਾਵਾਂ ਹੁੰਦੀਆਂ ਨੇ 181। ਤਾਂ ਗਲੋਬ ਦੇ ਉੱਤੇ ਟੋਟਲ ਕਿੰਨੀਆਂ ਅਕਸ਼ਾਂਸ਼ ਰੇਖਾਵਾਂ ਹੁੰਦੀਆਂ ਨੇ 181 ਜਾਂ ਟੋਟਲ ਕਿੰਨੇ ਲੈਟੀਟਿਊਡ ਹੁੰਦੇ ਨੇ 181 181 ਹੁੰਦੇ ਨੇ 90 ਉੱਪਰ ਤੇ 90 ਨੀਚੇ। ਇੰਨੀ ਕੁ ਗੱਲ ਕਲੀਅਰ ਹੈ? ਪਹਿਲਾਂ ਮੈਨੂੰ ਇਹ ਦੱਸ ਦਿਓ ਇੰਨੀ ਕੁ ਗੱਲ ਕਲੀਅਰ ਹੈ ਯੈਸ ਔਰ ਨੋ? ਇੰਨੀ ਕੁ ਗੱਲ ਕਲੀਅਰ ਹੈ ਯੈਸ ਔਰ ਨੋ? ਤਾਂ ਮੈਂ ਡਾਇਗਰਾਮ ਰਬ ਕਰਦਾ। ਜੇ ਇੰਨੀ ਕੁ ਗੱਲ ਕਲੀਅਰ है तो प्लीज़ कृपया ओके लिख दो। अगर इन्नी गल क्लियर है बच्चों कृपया ओके लिख दो। ओके ओके जी ठीक है जी। हुण मैं डायग्राम रब कर रहा ताकि मैं अगली चीज़ समझा सका। ठीक है जी अगली चीज़ दोबारा समझ गया। दोबारा ग्लोब बनाने या दोबारा अर्थ बनाने। मैं हुणी गल की सी भी 5 रेखावां नूं असीं जानकारी रखनी है। सब तो पहला जिहड़ी मुख रेखा है वो है 0 डिग्री लैटीट्यूड या 0 डिग्री अक्षांश रेखा जिन्हों तुसी नाम दे दिता कि इक्वेटर। हुण मैं ऊपर जाऊँगा तो नॉर्थ पोल, नीचे जाऊँगा तो प्यारे बच्चों की साउथ पोल। मैं चलदा गया मैं जाके रुक गया 23.5 डिग्री नॉर्थ यानी कि 23.5 डिग्री उत्तर वाली। ठीक है तो जिहड़ी काल्पनिक रेखा 23.5 डिग्री उत्तर विचों पास होंदी है लैटीट्यूड, जिहड़ी काल्पनिक अक्षांश रेखा जिहड़ी काल्पनिक लैटीट्यूड 23.5 डिग्री उत्तर चों पास होंदी है, इस काल्पनिक रेखा नूं ट्रॉपिक ऑफ कैंसर कहा जाता है। इस काल्पनिक रेखा नूं ट्रॉपिक ऑफ कैंसर कहा जाता है या थोड़ी भाषा च बच्चों कर्क रेखा कह दिता जाता है। की कह दिता जाता थोड़ी भाषा च कर्क रेखा कह दिता जाता है। वेरी वेरी इंपॉर्टेंट। उसी तरीके नाल मैं नीचे जा रहा तो नीचे साउथ आऊगा यानी कि दक्षिण आऊगा। मैं जाके रुक गया 23.5 डिग्री साउथ के उत्ते। मैं किहदे उत्ते जाके रुक गया 23.5 डिग्री साउथ यानी कि 23.5 डिग्री दक्षिण वाली रेखा के उत्ते लैटीट्यूड वाली ते इस काल्पनिक रेखा नूं उस अक्षांश रेखा जिहड़ी कि 23.5 डिग्री दक्षिण वाली है, ठीक है, इक्वेटर दे, उहनूं असीं ट्रॉपिक ऑफ कैप्रीकॉर्न कह दिता जाता है। ट्रॉपिक ऑफ कैप्रीकॉर्न कह दिता जाता है। ट्रॉपिक ऑफ कैप्रीकॉर्न का मतलब है मकर रेखा कह दिता जाता है। की कह दिता जाता है प्यारे बच्चों? मकर रेखा। अगे थोनों ये सारा बाईलैंगुअल लिखिया मिलू, मैं पहला कंसैप्ट बना ला। इनू मकर रेखा कह दिता जाता है। तो असीं 3 मुख्य रेखावां दी गल कर ली, असीं 3 मुख्य रेखावां दी गल कर ली, असीं कर्क रेखा की गल कर ली, असीं मकर रेखा की गल कर ली, असीं भूमध्य रेखा की गल कर ली। तो चलो जी 0 डिग्री अक्षांश, 0 डिग्री अक्षांश या लैटीट्यूड कह लो, एक ही है, यह इक्वेटर है यानी कि भूमध्य रेखा है। 23.5 डिग्री, ठीक है, 23.5 डिग्री नॉर्थ या आए लिखा हो या भाई आए लिखा हो 23.5, ठीक है, नॉर्थ यानी कि उत्तर। एक ही है, ये ट्रॉपिक ऑफ कैंसर है या फिर आए कह लो यह कर्क रेखा है, कर्क रेखा है। क्लियर है? 23.5 डिग्री साउथ या आए कह लो 23.5 डिग्री साउथ, यह साडी की है मकर रेखा है। ये किहड़ी रेखा है जी? ये साडी मकर रेखा है। ये किहड़ी है साडी? ये मकर रेखा है। 3 रेखावां दी जानकारी थोनों मिल चुकी है। अगे बढ़ते हैं जी। मैं चलदा गया तो मैं ऊपर जाके रुक गया उरे 66 डिग्री नॉर्थ के ऊपर। आ काल्पनिक रेखा जी 66 डिग्री नॉर्थ यानी कि उत्तर चों लंघदी है, इनू असी आर्कटिक सर्कल बोलते हाँ या आर्कटिक चक्कर बोलते हैं। आर्कटिक चक्कर काल्पनिक रेखा कित्थों लंघदी है? तो आर्कटिक चक्कर काल्पनिक रेखा 66 डिग्री उत्तर वल्ली लंघदी है भूमध्य रेखा दे। तो उसी तरीके नाल बच्चों मैं चलदा गया जाके मैं उरे रुक गया 66 डिग्री साउथ वाली रुक गया। इनू असी अंटार्कटिका सर्कल बोलते हैं। की बोलते हैं जी असी इनू? अंटार्कटिका, इंग्लिश अंटार्कटिका सर्कल यानी कि अंटार्कटिका चक्कर कह देंगे। हिंदी पंजाबी च नाम यही रहूगा। 5 लाइनां की गल हो गई है। 66 डिग्री नॉर्थ यानी कि उत्तर, ठीक है, ये हो गया आर्कटिक सर्कल या आर्कटिक घेरा। नेक्स्ट
66.5 ਸਾਊਥ, ਇਹਨੂੰ ਅਸੀਂ ਅੰਟਾਰਕਟਿਕਾ ਸਰਕਲ ਕੀ ਬੋਲਦੇ ਨੇ, ਅੰਟਾਰਕਟਿਕਾ ਸਰਕਲ। ਹਾਂਜੀ, ਪਹਿਲਾਂ ਤਾਂ ਇਹ ਦੱਸੋ ਇਹਨਾਂ ਪੰਜਾਂ ਦੇ ਉੱਤੇ ਕੋਈ ਡਾਊਟ ਹੈ, ਯੈਸ ਔਰ ਨੋ? ਇਹਨਾਂ ਪੰਜਾਂ ਦੇ ਉੱਤੇ ਕੋਈ ਡਾਊਟ ਹੈ ਤੁਹਾਨੂੰ, ਯੈਸ ਔਰ ਨੋ? ਨਹੀਂ ਹੈਗਾ ਤਾਂ ਕਿਰਪਾ ਕਰਕੇ ਓਕੇ ਲਿਖ ਦਿਓ ਕਿ ਸਰ ਕਲੀਅਰ ਹੈ, ਅੱਗੇ ਵਧ ਲਓ। ਤਾਂ ਆਪਾਂ ਅੱਗੇ ਵਧ ਲਈਏ। ਕਲੀਅਰ ਹੈ ਹਾਂ ਜਾਂ ਨਾ? ਕਲੀਅਰ ਹੈ ਹਾਂ ਜਾਂ ਨਾ? ਜਲਦੀ, ਰੈਸਟ ਆਫ ਦਾ ਪੀਪਲ ਭਾਈ। ਠੀਕ ਹੈ ਜੀ, ਅੱਗੇ ਵਧ ਲੈਂਦੇ ਹਾਂ। ਹੁਣ ਆਹੀ ਸਾਰੀ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਸਮਝਾਈਆਂ ਨੇ, ਇਹ ਥਿਊਰੀ 'ਚ ਕਿਵੇਂ ਇਸਤੇਮਾਲ ਹੁੰਦੀਆਂ ਨੇ ਜਾਂ ਥਿਊਰੀ 'ਚ ਜਾਂ ਨੋਟਸ 'ਚ ਕਿਵੇਂ ਮਿਲਣਗੀਆਂ। ਪਹਿਲੀ ਦੇ ਵਿੱਚ ਹੀ ਉਹਨੇ ਕਹਿੰਦਾ ਜੀ ਇਮੈਜਿਨਰੀ, ਇਹ ਕਾਲਪਨਿਕ ਰੇਖਾਵਾਂ ਨੇ। ਜਿੰਨੇ ਵੀ ਲੈਟੀਟਿਊਡਸ ਨੇ, ਹੁਣੀ ਆਪਾਂ ਪੜ੍ਹਿਆ ਟੋਟਲ ਲੈਟੀਟਿਊਡਸ ਕਿੰਨੇ ਹੋਣਗੇ ਜਾਂ ਅਕਸ਼ਾਂਸ਼ ਰੇਖਾਵਾਂ ਕਿੰਨੀਆਂ ਹੋਣਗੀਆਂ, 181, 90 ਉੱਪਰ 90 ਨੀਚੇ, ਇੱਕ ਇਕੁਏਟਰ ਆ। ਠੀਕ ਹੈ, ਕਹਿੰਦਾ ਜੀ ਇਹ ਕੀ ਨੇ, ਇਹ ਪੈਰਲਰ ਹੁੰਦੀਆਂ ਨੇ ਇਕੁਏਟਰ ਦੇ, ਭੂਮੱਧ ਰੇਖਾ ਦੇ ਪੈਰਲਰ। ਹੁਣੀ ਦੱਸਿਆ ਸੀ ਨਾ ਵੀ ਆ ਬਈ ਸੈਂਟਰ ਦੇ ਵਿੱਚ ਇਕੁਏਟਰ ਹੈ, ਇਹਦੇ ਸਾਹਮਣੇ ਜਿੰਨੀਆਂ ਲਾਈਨਾਂ ਖਿੱਚੀ ਜਾਓਗੇ ਤਾਂ ਯਾਨੀ ਕਿ ਲੈਟੀਟਿਊਡਸ ਜਾਂ ਅਕਸ਼ਾਂਸ਼ ਰੇਖਾਵਾਂ ਕੀ ਨੇ, ਇਕੁਏਟਰ ਦੇ ਪੈਰਲਰ, ਇਕੁਏਟਰ ਦੇ ਸਮਾਨਾਂਤਰ ਹੁੰਦੀਆਂ ਨੇ। ਨੈਕਸਟ ਅੱਗੇ ਕਹਿੰਦਾ ਜਿਹੜੀ ਭੂਮੱਧ ਰੇਖਾ ਹੈ ਜਾਂ ਇਕੁਏਟਰ ਹੈ ਉਹ 0 ਡਿਗਰੀ ਦੇ ਉੱਤੇ ਲੈਟੀਟਿਊਡ ਦੇ ਉੱਤੇ ਹੈ। ਜਿਹੜੀ ਭੂਮੱਧ ਰੇਖਾ ਹੈ ਉਹ 0 ਡਿਗਰੀ ਦੇ ਉੱਤੇ ਹੈ। ਤੇ ਕਹਿੰਦਾ ਜਿਹੜਾ ਨਾਰਥ ਪੋਲ ਹੈ, ਉੱਤਰੀ ਧਰੁਵ ਹੈ, ਉਹ 90 ਡਿਗਰੀ ਨਾਰਥ ਦੇ ਉੱਤੇ, ਯਾਨੀ ਕਿ ਉੱਪਰ ਵਾਲਾ ਪੁਆਇੰਟ, ਆਹ ਵਾਲਾ ਪੁਆਇੰਟ, ਇਹ 90 ਡਿਗਰੀ ਨਾਰਥ ਹੋ ਗਿਆ। ਠੀਕ ਹੈ, ਤਾਂ ਜਿਹੜਾ ਸਾਊਥ ਪੋਲ ਹੈ ਯਾਨੀ ਕਿ ਦੱਖਣੀ ਧਰੁਵ ਹੈ, ਉਹ ਕੀ ਹੋਊਗਾ, 90 ਡਿਗਰੀ ਸਾਊਥ ਵਾਲਾ ਪੁਆਇੰਟ। ਇਹੀ ਗੱਲ ਉਹ ਕਹਿ ਰਿਹਾ ਹੈ। 0 ਡਿਗਰੀ ਲੈਟੀਟਿਊਡ ਕਹਿੰਦਾ ਇਕੁਏਟਰ ਹੋਊਗਾ, 90 ਡਿਗਰੀ ਨਾਰਥ ਪੋਲ ਹੋਊਗਾ, 90 ਡਿਗਰੀ ਸਾਊਥ ਕੀ ਹੋਊਗਾ, ਸਾਊਥ ਪੋਲ ਯਾਨੀ ਕਿ ਦੱਖਣੀ ਧਰੁਵ ਹੋਊਗਾ। ਅਗਲੀ ਲਾਈਨ ਦੇ ਵਿੱਚੋਂ ਕਹਿੰਦਾ ਟ੍ਰੋਪਿਕ ਆਫ ਕੈਂਸਰ ਜਾਂ ਕਰਕ ਰੇਖਾ ਜਿਹੜੀ 23.5 ਡਿਗਰੀ ਨਾਰਥ ਚੋਂ ਗੁਜ਼ਰਦੀ ਹੈ, ਜੋ ਕਿ ਮੈਂ ਤੁਹਾਨੂੰ ਦੱਸ ਚੁੱਕਿਆ। ਤੇ ਕਹਿੰਦਾ 23.5 ਡਿਗਰੀ ਸਾਊਥ ਚੋਂ ਗੁਜ਼ਰਨ ਵਾਲੀ ਜਿਹੜੀ ਕਾਲਪਨਿਕ ਰੇਖਾ ਹੈ ਉਹਨੂੰ ਅਸੀਂ ਟ੍ਰੋਪਿਕ ਆਫ ਕੈਪਰੀਕੌਨ ਜਾਂ ਮੱਕਰ ਰੇਖਾ ਦੇ ਨਾਮ ਤੋਂ ਜਾਣਦੇ ਹਾਂ। ਕਲੀਅਰ ਬਾਈ ਜੀ, ਇੰਨੀ ਕੁ ਗੱਲ। ਨੈਕਸਟ ਅੱਗੇ ਵਧਦੇ ਹਾਂ, ਹੁਣ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਕਹਿੰਦਾ ਜਿਹੜੀ ਕਾਲਪਨਿਕ ਰੇਖਾ 66.5 ਡਿਗਰੀ ਉੱਤਰ ਚੋਂ, ਹੁਣੀ ਦੱਸਿਆ ਸੀ ਤੁਹਾਨੂੰ ਪਿੱਛੇ ਮੈਨੇ, ਆਹ ਵਾਲੀ, ਠੀਕ ਹੈ, ਆਹ ਵਾਲੀ, ਠੀਕ ਹੈ। ਕਹਿੰਦਾ ਜਿਹੜੀ ਕਾਲਪਨਿਕ ਰੇਖਾ 66.5 ਡਿਗਰੀ ਉੱਤਰ ਵੱਲੋਂ ਲੰਘਦੀ ਹੈ ਉਹਨੂੰ ਅਸੀਂ ਆਰਕਟਿਕ ਸਰਕਲ ਜਾਂ ਆਰਕਟਿਕ ਚੱਕਰ ਕਹਿ ਦਿੰਦੇ ਹਾਂ। ਤੇ ਜਿਹੜੀ ਕਾਲਪਨਿਕ ਰੇਖਾ 66.5 ਡਿਗਰੀ ਸਾਊਥ ਵੱਲੋਂ ਲੰਘਦੀ ਹੈ ਉਹਨੂੰ ਅਸੀਂ ਅੰਟਾਰਕਟਿਕ ਸਰਕਲ ਜਾਂ ਅੰਟਾਰਕਟਿਕ ਘੇਰੇ ਦੇ ਨਾਮ ਤੋਂ ਜਾਣਦੇ ਹਾਂ। ਗੱਲ ਕਲੀਅਰ ਹੈ ਜੀ। ਤੇ ਨੈਕਸਟ ਕਹਿੰਦਾ ਟੋਟਲ 181 ਲੈਟੀਟਿਊਡ ਯਾਨੀ ਕਿ ਟੋਟਲ 181 ਅਕਸ਼ਾਂਸ਼ ਰੇਖਾਵਾਂ ਹੋਣਗੀਆਂ। ਇਹ ਮੈਂ ਤੁਹਾਨੂੰ ਸਾਰਾ ਕੁਝ ਆਲਰੇਡੀ ਪੜ੍ਹਾ ਚੁੱਕਿਆ। ਕਲੀਅਰ ਹੈ। ਅੱਛਾ, ਇੱਕ ਗੱਲ ਨਵੀਂ ਹੈ, ਕੀ ਨਵੀਂ ਹੈ, ਧਿਆਨ ਨਾਲ ਸਮਝਿਓ। ਆਹ ਸਰਕਲ ਹੈ, ਠੀਕ ਹੈ, ਆ ਹੋ ਗਿਆ 0 ਡਿਗਰੀ ਤੇ ਇਕੁਏਟਰ, ਉੱਪਰ 90 ਡਿਗਰੀ ਤੇ ਨਾਰਥ ਪੋਲ, ਨੀਚੇ 90 ਡਿਗਰੀ ਤੇ ਕਿੰਨਾ, ਸਾਊਥ ਪੋਲ। ਹੁਣ ਧਿਆਨ ਨਾਲ ਦੇਖੋ, 0 ਡਿਗਰੀ ਵਾਲਾ ਜਿਹੜਾ ਘੇਰਾ ਹੈ, ਚੱਕਰ ਹੈ ਜਾਂ ਕਾਲਪਨਿਕ ਰੇਖਾ ਸਭ ਤੋਂ ਵੱਡੀ ਹੋਊਗੀ। ਜਿਵੇਂ ਮੈਂ ਉੱਪਰ ਵੱਲੀ ਜਾਈ ਜਾ ਰਿਹਾ 0 ਡਿਗਰੀ ਤੋਂ, ਆਹ ਦੇਖੋ ਆਹ ਜਿਹੜੀ ਲਾਈਨ ਹੈ ਨਾ, ਇਹਦਾ ਡਿਸਟੈਂਸ ਆ ਛੋਟਾ ਹੁੰਦਾ ਜਾ ਰਿਹਾ ਹੈ। ਆਹ ਵਾਲਾ ਜਿਹੜਾ ਚੀਜ਼ ਹੈ ਉਹ ਕੀ ਹੁੰਦਾ, ਛੋਟਾ ਹੁੰਦਾ ਜਾ ਰਿਹਾ। ਸਿਮਿਲਰਲੀ ਜਦ ਮੈਂ ਇਕੁਏਟਰ ਤੋਂ ਨੀਚੇ ਜਾਊਂਗਾ, ਜਿਹੜਾ ਆਹ ਵਾਲਾ ਚੱਕਰ ਦਾ ਡਿਸਟੈਂਸ ਹੈ ਦੋਨਾਂ ਦੇ ਵਿਚਕਾਰ ਵਾਲਾ, ਉਹ ਕੀ ਹੁੰਦਾ ਜਾਊਗਾ, ਛੋਟਾ ਹੁੰਦਾ ਜਾਊਗਾ। ਤਾਂ ਕਦੇ ਕਦੇ ਇਹ ਪੁੱਛ ਲੈਂਦੇ ਨੇ ਕਿ ਧਰਤੀ ਦੇ ਉੱਤੇ ਜਾਂ ਗਲੋਬ ਦੇ ਉੱਤੇ ਸਭ ਤੋਂ ਵੱਡਾ ਚੱਕਰ ਕਿਹੜਾ ਹੈ, ਗ੍ਰੇਟੈਸਟ ਸਰਕਲ ਕਿਹੜਾ ਹੈ, ਤਾਂ ਉਹ ਇਕੁਏਟਰ ਹੈ, ਕਿਉਂਕਿ ਸਭ ਤੋਂ ਵੱਡੀ ਦੂਰੀ ਇਕੁਏਟਰ ਵਾਲੀ ਹੈ। ਦੇਖੋ ਆਹ ਵਾਲਾ ਪੁਆਇੰਟ ਤੋਂ ਲੈ ਕੇ ਆਹ ਵਾਲਾ ਪੁਆਇੰਟ, ਤਾਂ ਗ੍ਰੇਟੈਸਟ ਸਰਕਲ ਕਿਹੜਾ ਹੈ ਜਾਂ ਸਭ ਤੋਂ ਵੱਡਾ ਚੱਕਰ ਕਿਹੜਾ ਹੁੰਦਾ ਹੈ ਗਲੋਬ ਦੇ ਉੱਤੇ, ਠੀਕ ਹੈ, ਅਕਸ਼ਾਂਸ਼ ਰੇਖਾ ਦੇ ਉੱਤੇ, ਤਾਂ ਉਹ ਬਾਈ ਜੀ ਕਿਹੜੀ ਹੋਊਗੀ, ਇਕੁਏਟਰ ਹੋਊਗੀ। ਕਿਹੜੀ ਹੋਊਗੀ ਬਾਈ ਜੀ, ਇਕੁਏਟਰ ਹੋਊਗੀ। ਕਲੀਅਰ ਹੈ ਜੀ, ਓਕੇ ਹੈ। ਨੈਕਸਟ ਦੂਸਰਾ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਦੋ ਅਕਸ਼ਾਂਸ਼ ਰੇਖਾਵਾਂ ਦੇ ਵਿੱਚ ਜਿਹੜਾ 181 ਕਿਲੋਮੀਟਰ ਦਾ ਡਿਸਟੈਂਸ ਹੁੰਦਾ ਹੈ। ਕੋਈ ਵੀ ਦੋ ਅਕਸ਼ਾਂਸ਼ ਰੇਖਾਵਾਂ ਹੋ ਗਈਆਂ, ਐਗਜ਼ਾਮਪਲ ਦੇ ਤੌਰ ਤੇ ਆ 0 ਤੋਂ ਮੈਂ 1 ਵਗ ਜਾ, 1 ਤੋਂ ਮੈਂ 2 ਵਗ ਜਾ, 2 ਤੋਂ ਮੈਂ 3 ਵਗ ਜਾ, ਇਹਨਾਂ ਦੇ ਵਿਚਕਾਰ ਵਾਲਾ ਜਿਹੜਾ ਆਹ ਵਾਲਾ ਡਿਸਟੈਂਸ ਹੈ ਕਦੇ ਨਹੀਂ ਬਦਲੂਗਾ, ਹਮੇਸ਼ਾ ਇਹ 111 ਕਿਲੋਮੀਟਰ ਹੀ ਰਹੂਗਾ। ਤੇ ਉਹਨੇ ਲਿਖਿਆ 1 ਡਿਗਰੀ ਇਕੁਅਲ ਟੂ 111 ਕਿਲੋਮੀਟਰ, 1 ਡਿਗਰੀ ਇਕੁਅਲ ਟੂ 111 ਕਿਲੋਮੀਟਰ।
आ जाओ हुण तुहानूं इमेज दिखाना एन एग्जैक्ट इमेज। ठीक है जी, बिल्कुल एग्जैक्ट इमेज दिखा रहा मैं तुहानूं। आ साडा सूरज है जिहड़ा उरों रंगियाड़ छड्ड रहा है। ठीक है, आ साडा सूरज है जिहड़ा उरों ताप छड्ड रहा। आ येलो कलर वाला देख रहे हो, ये रोशनी है। एक गल याद रखनी है, धरती दे उत्ते सब तो वध गर्मी है जिहड़ी या सूरज की किरणां वो इक्वेटर ते यानी कि भूमध्य रेखा ते पैंदियां ने। पॉइंट टू बी नोटड, ये पॉइंट याद रखने वाला है। सूरज की रोशनी सब तो वध कित्थे गिरदी है या धरती के उत्ते सब तो वध सूरज की गर्मी कित्थे पैंदी है? इक्वेटर ते। इक्वेटर तो जिमें जिमें हिली जाओगे, चाहे इक्वेटर तो उपर नूं दूर भाग जाओ, चाहे इक्वेटर तो नीचे नूं दूर भाग जाओ, ठीक है, गर्मी घटती जाऊगी तो ठंड बढ़ती जाऊ। तो कहने का भाव आ वाला पॉइंट नॉर्थ पोल, आ वाला पॉइंट की हो गया साउथ पोल। पूरी दुनिया की सब तो वध ठंड होगी क्योंकि ये वाले पॉइंट इक्वेटर नालों की ने सब तो दूर हैं। ठीक है जी, आ हो गया 0 डिग्री। ध्यान नाल देखो, इक्वेटर आ की हो गया इक्वेटर। ठीक है, इक्वेटर तो उपर नूं गए नॉर्थ पोल, इक्वेटर तो नीचे नूं गए बच्चों साउथ पोल। तो हुण इक्वेटर तो उपर गए, आ कितना असीं कवर कर लिया, 23.5 डिग्री उपर चले गए, उपर गए तो नॉर्थ वाली, तो ये की होगी ट्रॉपिक ऑफ कैंसर। तो इक्वेटर तो 23.5 डिग्री नीचे नूं चले गए तो ये की होगी ट्रॉपिक ऑफ कैप्रिकॉर्न। ट्रॉपिक ऑफ कैंसर यानी कि कर्क रेखा। ठीक है जी, कर्क रेखा। ये की होगी मकर रेखा, मकर रेखा। क्लीयर है। उस तो बाद इक्वेटर तो होर उपर नूं गए 66.5 डिग्री, 66.5 डिग्री नॉर्थ यानी कि उत्तर वाली आर्कटिक सर्कल। इक्वेटर तो 66.5 डिग्री नीचे नूं आ गए अंटार्कटिका सर्कल। ये 5 रेखावां ने, इन्हां 5 रेखावां नूं मुख रेखावां कहा जाता है, मुख एक्सांस रेखावां। कदे कदाई क्वेश्चन आ जाता है मुख एक्सांस रेखावां कितनियां हुंदियां हन, तां मुख एक्सांस रेखावां 5 हुंदियां हन। भूमध्य रेखा, कर्क रेखा, मकर रेखा, आर्कटिक चक्कर, अंटार्कटिका चक्कर या घेरा कह लो। गल क्लीयर है। हुण ध्यान नाल ए वाली इमेज ते आ जाओ, उरों ज़्यादा क्लीयर। इक्वेटर, ट्रॉपिक ऑफ कैंसर, ठीक है जी, आर्कटिक सर्कल, ट्रॉपिक ऑफ कैप्रिकॉर्न, अंटार्कटिका सर्कल। क्लीयर है जी। थोड़े को 30 सेकंड का समय, रीडिंग लो जल्दी। हाँ जी बच्चों, कोई डाउट है तो दस दो, नहीं हैगा तो फिर आप अगे बढ़िए। ये वीडियो डैमो के परपज़ से यूट्यूब के उत्ते भी पाऊगी, मैं थोड़ा पहला दस रहा। ठीक है, तो जे कोई तुहाडा फ्रेंड इच्छुक हो PTET की तैयारी करने वास्ते, थोनों क्लास वधिया लगे तो जरूर उन्होंने रैफर करियो। तो ज़्यादा जानकारी वास्ते तुसीं इस नंबर के उत्ते कॉल भी कर सकते हो। ठीक है जी, नैक्सट अगे बढ़ते हैं जी। हुण जो मैं थोनों समझाउण लग्या, थोड़ा जा कम होर डीप दे विच जाण लग्या। हुण जो मैं समझाउण लग्या थोड़ा जा कम बाई जी मैं होर डीप जाण लग्या। हुणी असीं 5 मुख रेखावां दी गल कीती है, कर्क रेखा, मकर रेखा, भूमध्य रेखा, आर्कटिक घेरा, अंटार्कटिका घेरा। क्वेश्चन आंदा है इन्हां 5 मुख रेखावां दे विचों भारत दे विचों किहड़ी लंघदी है? तां भारत दे विचों ट्रॉपिक ऑफ कैंसर लंघदी है, यानी कि कर्क रेखा लंघदी है। इन्हां 5 मुख रेखावां दे विचों किहड़ी रेखा भारत दे विचों लंघदी है? तां भारत दे विचों इन्हां 5 मुख रेखावां दे विचों सिर्फ कर्क रेखा लंघदी है। किहड़ी लंघदी है? सिर्फ कर्क रेखा। हुण तुहानूं मैप के थ्रू समझाना। दिख रहा है जी तुहानूं मैप? मैनूं दस दो एक बारी, तुहानूं पूरा मैप क्लीयर है? ट्रॉपिक ऑफ कैंसर इंडिया लिखा दिख रहा है? हाँ जी, दिख रहा है? यस और नो? मैप विजिबल है, क्लियर है सर? यस, ठीक है। तो ट्रॉपिक ऑफ कैंसर यानी कि कर्क रेखा। तो कर्क रेखा जी तुहानूं ग्रीन च दिख रही है, मैं डार्क कर रहा वैसे, ये बिल्कुल भारत के मध्य चों लंघदी है, केंद्र चों। तो किहड़ी मुख रेखा भारत के मध्य चों लंघदी है तो भारत नूं 2 इक्वल हिस्सों के विच वंडदी है, तो वह हैगी है कर्क रेखा। क्वेश्चन ये आ गया पहले भी 5 मुख रेखावां दे विचों कितनी रेखावां जिहड़ियां ने भारत चों लंघदियां ने जी? एक। किहड़ी जी? कर्क रेखा। हुण कर्क रेखा भारत चों लंघूगी तो किसी ना किसी स्टेट दे विच तां आऊगी। तो कर्क रेखा भारत की 8 स्टेटां चों यानी कि 8 राज्यां चों पास होंदी है। ठीक है, इधर साडे कोले वैस्ट हुंदा है, इधर साडे कोले की है ईस्ट। यानी कि जे मैं गल करा कर्क रेखा वैस्ट चो एंटर यानी कि पश्चिम चो एंटर करूगी कर्क रेखा तो जाके निकलूगी किहदे वल्लियों? पूर्व वल्लियों निकलूगी। पश्चिम चो एंटर करूगी, पूर्व वल्लियों निकलूगी। गल क्लीयर है?
ठीक है जी। ਕਿਹੜੇ ਕਿਹੜੇ ਰਾਜ ਨੇ? गुजरात नंबर 1 ਤੇ, ठीक है, 1 नंबर 2 राजस्थान, नंबर 3 मध्य प्रदेश, नंबर 4 छत्तीसगढ़। इनू किवें याद रखोगे? ठंड का टाइम है, ठीक है, चाह ठंडी होगी तो तुसीं आपकी मम्मी नू कहा कोई गर्म सी चाय पिलाओ, गर्म सी, गर्म सी। पहले 4 राज्य गर्म सी, G फॉर गुजरात, R फॉर राजस्थान, M फॉर थोड़े कोले की हो गया मध्य प्रदेश, C ते थोड़े कोले की हो गया छत्तीसगढ़। पहले 4 राज्य क्लियर। गर्म सी, गर्म सी, ठीक है, गुजरात, राजस्थान, मध्य प्रदेश, छत्तीसगढ़, ठीक है जी। ये हो गए 4। अगले 4 किवें याद रखने ने? तुसीं याद रखना है J ते W, J ते W। W नूं पुट्ठा कर दोगे तो की बन जूगा? M। ते J दे विच जे तुसीं ध्यान नाल देखो, जे मैं इन्नी क चीज़ J दी लिखो ला तो ये की बन गया? T बन गया। याद रखने का एक तरीका है JWMT, J ते W याद रख लो, W का पुट्ठा M ते J नूं जे उपरों तुसीं ध्यान नाल देखो तो ये T है। उरे J की रिप्रजेंट कर रहा है? J रिप्रजेंट कर रहा है झारखंड। W की रिप्रजेंट कर रहा है वेस्ट बंगाल, पश्चिम बंगाल। W की रिप्रजेंट कर रहा है वेस्ट बंगाल। गल क्लीयर है जी, ठीक है। तो M थोड़े को रिप्रजेंट कर रहे हैं मिजोरम, M की रिप्रजेंट कर रहे हैं मिजोरम। T की रिप्रजेंट कर रहे हैं त्रिपुरा, T की रिप्रजेंट कर रहे हैं त्रिपुरा। तो गरम सी JWMT, गरम सी JWMT। पहला क्वेश्चन, 5 मुख रेखावां दे विचों किहड़ी रेखा भारत चों लंघदी है? कर्क रेखा। किन्ने राज्यां चों? 8 दे विचों। एंटर किहदे विचों करदी है? गुजरात चों। एंटर किचों करदी है? गुजरात चों। ते एग्जिट यानी कि आखिर दे विच लंघदी कित्थों है? मिजोरम चों। आखिर दे विचों सब तो आखिरी राज्य है जिथों कर्क रेखा भारत चों बाहर हो जाती है, वो किहड़ी है? मिजोरम है। मैप दे उत्ते ध्यान नाल देखो, आ लो हुण देखो, एंटर कीती कित्थों? गुजरात चों। एग्जिट कित्थों कीती? मिजोरम चों। क्लीयर है। उन्हें भी लिखा है कि इंडिया के विचों ट्रॉपिक ऑफ कैंसर 8 राज्यों चों लंघदी है। क्लीयर होगी गल? हाँ या ना? हाँ जी। 1 सैकेंड थोनों 1 मिनट का टाइम दे रहे हाँ, कोई डाउट है तो पूछ लो, नहीं तो ओके लिख दो जल्दी जी, जल्दी जल्दी ओके लिख दो, आप अगे बढ़िए। जे क्लीयर है, कोई कमी पेशी है तो दस दो भी, सारा रिपीट कर दो, नहीं तो ओके लिख दो, अगे बढ़िए। ओके है जी, ओके ओके, ठीक है। तो ट्रॉपिक ऑफ कैंसर 8 राज्यों चों पास होती है। हुण देखो दोबारा ये उत्ते ही चलते हैं। वैसे क्वेश्चन थोड़ा जा डीप है, कर लोगे तो वधिया ही है, ठीक है। हुण क्वेश्चन की आ गया प्यारे बच्चों कि किहड़ा ऐजा शहर है जिहड़ा कि ट्रॉपिक ऑफ कैंसर के जमी नेड़े है? क्योंकि जिवें मान लो हुण ये गुजरात चों लंघी, गुजरात का कोई तो शहर आंदा हो जिहड़ा ट्रॉपिक ऑफ कैंसर या कर्क रेखा के नेड़े हो। तो इन्हां 8 राज्यों के विचों जिहड़ा शहर सब तो ज़्यादा कर्क रेखा के नेड़े है, उसका नाम है उदयपुर। उस शहर का नाम की है? उदयपुर। हुण उदयपुर ज़्यादातर बंदे राजस्थान वाला जानते हैं, पर यह एक शहर उदयपुर किहड़े राज दे विच है? त्रिपुरा दे विच। इन शॉर्ट क्वेश्चन कुछ इस तरीके नाल आंदा है कि भाई कर्क रेखा के सब तो नेड़े वाला शहर किहड़ा है? वह उदयपुर है, जो कि भारत के त्रिपुरा राज्य का हिस्सा है। गल क्लीयर है। हुण एक क्वेश्चन होर दस्सण लग्या, एक क्वेश्चन होर दस्सण लग्या, मैं ध्यान नाल समझियो। एक नदी है जिहड़ी कर्क रेखा नूं 2 वारी कटदी है। ग्लोब के उत्ते एक नदी है जिहड़ी कर्क रेखा नूं 2 वारी कटदी है। मतलब की है? एक बारी आए उपर नूं जांदी है, एक बारी आए नीचे नूं जांदी है। गल क्लीयर है। किहड़ी नदी कर्क रेखा नूं ग्लोब के उत्ते 2 वारी कटदी है? उस नदी का नाम है माही रिवर। किहड़ी नदी है जिहड़ी कर्क रेखा नूं 2 वारी कटदी है? तो उस नदी का नाम है माही रिवर, ठीक है। यह ट्रॉपिक ऑफ कैंसर नूं 2 वारी, ट्वाइस कट करती है, 2 वारी कट करती है। खल्लास। नैक्सट अगे चल रहे हैं जी। 30 सैकेंड जे कुछ नोट करना है तो कर लो, 30 सैकेंड ने। नैक्सट अगे चलते हैं जी। हुण असीं गल कर रहे हैं प्यारे बच्चों लॉन्गीट्यूड की, यानी कि लंबकार या दिशांतर रेखावां की। लॉन्गीट्यूड की लंबकार या दिशांतर रेखावां की। क्लीयर है जी। लॉन्गीट्यूड की गल कर रहे हैं, लंबकार यानी कि दिशांतर रेखावां की। हाले तक असी हॉरिजॉन्टल लेटी हुई रेखावां पढ़िया ने, हुण असी खड़ीवियां पढ़ांगे यानी कि वर्टिकल, ठीक है जी। क्लीयर है। आ वाला पॉइंट हो गया बाई जी नॉर्थ पोल, आ वाला पॉइंट बाई जी की हो गया? साउथ पोल हो गया। हुण देखो जिन्नियां भी रेखावां ने सारियां खड़वियां ने, जिन्नियां भी रेखावां ने सारियां की ने? खड़वियां ने। गल क्लीयर है? ओके है, ठीक है। हुण मान के चलो तुहाडे कोल आ तरबूजा है, तरबूजा कह लो या खरबूजा, आ ठीक है, उन्होंने तुसीं कट्टना है।
ਜੇ ਤੁਹਾਡੇ ਕੋਲ ਸੇਵ ਹੋਵੇ ਆਪਾਂ ਉਹਨੂੰ ਐਂ ਕੱਟ ਦਿੰਦੇ ਆ ਵਿਚਲੇ ਦੋ ਹਿੱਸਿਆਂ 'ਚ, ਐਂ ਨਹੀਂ ਕੱਟਣਾ, ਤੁਸੀਂ ਉੱਪਰੋਂ ਕੱਟਣਾ ਹੈ, ਐਦਾਂ ਐਦਾਂ ਕੱਟਣਾ ਹੈ ਬਸ। ਜਦੋਂ ਧਰਤੀ ਨੂੰ ਉੱਪਰੋਂ ਖੜਵੀਂ ਰੇਖਾਵਾਂ ਕੱਟਦੀਆਂ ਨੇ ਉਹ ਲੌਂਗੀਟਿਊਡ ਹੁੰਦਾ ਹੈ, ਉਹ ਦੇਸ਼ਾਂਤਰ ਹੁੰਦਾ ਹੈ, ਉਹ ਲੰਬਕਾਰ ਹੁੰਦਾ ਹੈ। ਗੱਲ ਕਲੀਅਰ ਹੋਈ ਹਾਂ ਜਾਂ ਨਾ? ਗੱਲ ਕਲੀਅਰ ਹੋਈ ਕਿ ਨਹੀਂ ਹੋਈ? ਹੁਣ ਮੇਰੀ ਗੱਲ ਅਗਲੀ ਕੀ ਸਮਝਣੀ ਹੈ ਪਿਆਰੇ ਬੱਚੋ, ਆ ਹੋ ਗਿਆ 0 ਡਿਗਰੀ। ਤਾਂ 0 ਡਿਗਰੀ ਲੌਂਗੀਟਿਊਡ ਜਾਂ ਲੌਂਗੀਟਿਊਡ ਵਾਸਤੇ ਇੱਕ ਹੋਰ ਸ਼ਬਦ ਇਸਤੇਮਾਲ ਹੁੰਦਾ ਹੈ ਮੈਰੀਡੀਅਨ। ਕੀ ਇਸਤੇਮਾਲ ਹੁੰਦਾ ਹੈ? ਮੈਰੀਡੀਅਨ। ਚਾਹੇ ਲੌਂਗੀਟਿਊਡ ਕਹਿ ਲੇ, ਚਾਹੇ ਲੰਬਕਾਰ ਕਹਿ ਲੇ, ਚਾਹੇ ਦੇਸ਼ਾਂਤਰ ਕਹਿ ਲੇ, ਚਾਹੇ ਪਿਆਰੇ ਬੱਚੋ ਮੈਰੀਡੀਅਨ ਕਹਿ ਲੇ, ਇਹਨਾਂ ਦਾ ਮਤਲਬ ਇੱਕੋ ਹੀ ਹੈ। ਇਹਨਾਂ ਦਾ ਮਤਲਬ ਕੀ ਹੈ? ਇੱਕੋ ਹੀ ਹੈ। ਇਹ ਗੱਲ ਯਾਦ ਰੱਖਿਓ, ਠੀਕ ਹੈ ਜੀ। ਤਾਂ 0 ਡਿਗਰੀ ਲੌਂਗੀਟਿਊਡ ਜਾਂ 0 ਡਿਗਰੀ ਮੈਰੀਡੀਅਨ ਜਾਂ 0 ਡਿਗਰੀ ਦੇਸ਼ਾਂਤਰ ਰੇਖਾ ਨੂੰ ਅਸੀਂ ਪ੍ਰਾਈਮ ਮੈਰੀਡੀਅਨ ਦੇ ਨਾਮ ਦੇ ਨਾਲ ਜਾਣਦੇ ਹਾਂ। ਕਿਹੜੇ ਨਾਮ ਦੇ ਨਾਲ ਜਾਣਦੇ ਹਾਂ? ਪ੍ਰਾਈਮ ਮੈਰੀਡੀਅਨ। ਮੁੱਖ ਮੈਰੀਡੀਅਨ ਕਿਹਨੂੰ ਕਿਹਾ ਜਾਂਦਾ ਹੈ? 0 ਡਿਗਰੀ ਲੌਂਗੀਟਿਊਡ ਨੂੰ। ਉੱਥੇ 0 ਡਿਗਰੀ ਲੈਟੀਟਿਊਡ ਇਕੁਏਟਰ ਹੈ, ਉਰੇ 0 ਡਿਗਰੀ ਲੌਂਗੀਟਿਊਡ ਪ੍ਰਾਈਮ ਮੈਰੀਡੀਅਨ ਹੈ, ਠੀਕ ਹੈ। ਤੇ ਇਹ ਪ੍ਰਾਈਮ ਮੈਰੀਡੀਅਨ ਹੈ ਜਿਹੜੀ, ਇਹ ਬਹੁਤ ਜ਼ਰੂਰੀ ਹੈ ਪਿਆਰੇ ਬੱਚੋ। ਇਹ ਪ੍ਰਾਈਮ ਮੈਰੀਡੀਅਨ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਵਿੱਚੋਂ ਪਾਸ ਹੁੰਦੀ ਹੈ। ਸੁਪਰ ਇੰਪੋਰਟੈਂਟ ਕੁਐਸਚਨ, ਡਬਲ ਸਟਾਰ, ਠੀਕ ਹੈ। ਕਿ ਪ੍ਰਾਈਮ ਮੈਰੀਡੀਅਨ ਜਾਂ ਮੁੱਖ ਦੇਸ਼ਾਂਤਰ ਰੇਖਾ ਜਿਹੜੀ 0 ਡਿਗਰੀ ਤੇ ਹੈ ਉਹ ਕਿੱਥੋਂ ਪਾਸ ਹੁੰਦੀ ਹੈ? ਲੰਡਨ ਚੋਂ ਪਾਸ ਹੁੰਦੀ ਹੈ। ਲੰਡਨ ਦਾ ਇੱਕ ਸ਼ਹਿਰ ਹੈ ਗ੍ਰੀਨਵਿਚ ਸ਼ਹਿਰ। ਲੰਡਨ ਦੀ ਇੱਕ ਸਿਟੀ ਹੈ ਜਿਹਦਾ ਨਾਮ ਹੈ ਗ੍ਰੀਨਵਿਚ। ਲੰਡਨ ਦੇ ਅੰਦਰ ਇੱਕ ਸਿਟੀ ਹੈ ਗ੍ਰੀਨਵਿਚ। ਇੰਗਲੈਂਡ ਚੋਂ, ਲੰਡਨ ਚੋਂ, ਗ੍ਰੀਨਵਿਚ ਚੋਂ ਲੰਘਦੀ ਹੈ। ਤਾਂ ਇਸ ਲਈ 0 ਡਿਗਰੀ ਨੂੰ ਅਸੀਂ GMT, ਗ੍ਰੀਨਵਿਚ ਮੈਰੀਡੀਅਨ ਟਾਈਮ ਵੀ ਕਹਿ ਦਿੰਦੇ ਹਾਂ। ਗ੍ਰੀਨਵਿਚ ਸਿਟੀ ਦਾ ਨਾਮ ਹੈ ਬਾਈ ਜੀ ਗ੍ਰੀਨਵਿਚ ਮੈਰੀਡੀਅਨ ਟਾਈਮ ਵੀ ਕਹਿ ਦਿੰਦੇ ਹਾਂ। ਗ੍ਰੀਨਵਿਚ ਮੈਰੀਡੀਅਨ ਟਾਈਮ ਵੀ ਕਹਿ ਦਿੱਤਾ ਜਾਂਦਾ ਹੈ। ਡਾਇਰੈਕਟ ਕੁਐਸਚਨ, ਮੁੱਖ ਮੈਰੀਡੀਅਨ ਜਾਂ 0 ਡਿਗਰੀ ਮੈਰੀਡੀਅਨ ਜਾਂ 0 ਡਿਗਰੀ ਦੇਸ਼ਾਂਸ਼ ਰੇਖਾ ਕੀ ਹੈ ਜਾਂ ਕਿੱਥੋਂ ਲੰਘਦੀ ਹੈ? ਲੰਡਨ ਦੇ ਗ੍ਰੀਨਵਿਚ ਚੋਂ ਲੰਘਦੀ ਹੈ। ਕਲੀਅਰ ਹੈ? ਹੁਣ ਜਰਾ ਇਹਨੂੰ ਧਿਆਨ ਨਾਲ ਦੇਖੋ। ਇਹ ਮੰਨ ਕੇ ਚੱਲੋ ਇਹ ਖਰਬੂਜਾ ਹੈ, ਠੀਕ ਹੈ। ਆ ਖਰਬੂਜਾ, ਖਰਬੂਜੇ ਦੀ ਇੱਕ ਤਾਂ ਆਹ ਵਾਲੀ ਲਾਈਨ ਹੋਗੀ ਖੱਬੇ ਪਾਸੇ ਵਾਲੀ। ਇਮੈਜਿਨ ਕਰੋ, ਦੇਖੋ ਇਹ ਇਮੈਜਿਨ ਕਰਨਾ ਪਊਗਾ, ਮਾੜਾ ਜਿਹਾ ਦਿਮਾਗ ਤੇ ਜ਼ੋਰ ਮਾਰਨਾ ਪਊਗਾ। ਤੁਸੀਂ ਇੱਕ ਬੋਲ ਫੜੀ ਹੋਈ ਹੈ, ਠੀਕ ਹੈ। ਇੱਕ ਜਿਹੜੀ ਤੁਸੀਂ ਬੋਲ ਫੜੀ ਹੋਈ ਹੈ, ਇੱਕ ਪਾਸੇ ਤੁਹਾਡਾ ਖੱਬਾ ਹੱਥ ਹੈ, ਇੱਕ ਪਾਸੇ ਤੁਹਾਡਾ ਸੱਜਾ ਹੱਥ ਹੈ। ਜਿਹੜਾ ਖੱਬਾ ਹੱਥ ਹੈ ਉਹਨੂੰ ਤਾਂ ਅਸੀਂ ਨਾਮ ਦਿੱਤਾ 0 ਡਿਗਰੀ ਪ੍ਰਾਈਮ ਮੈਰੀਡੀਅਨ, 0 ਡਿਗਰੀ ਪ੍ਰਾਈਮ ਮੈਰੀਡੀਅਨ। ਤੇ 0 ਡਿਗਰੀ ਦੇ ਬਿਲਕੁਲ ਬੈਕ ਸਾਈਡ ਤੇ 180 ਡਿਗਰੀ ਹੁੰਦਾ ਹੈ। 0 ਡਿਗਰੀ ਦੇ ਬਿਲਕੁਲ, ਜਿਵੇਂ ਆ ਖੱਬਾ ਹੱਥ ਹੈ, ਖੱਬੇ ਹੱਥ ਪਾਸੇ 0 ਡਿਗਰੀ, ਖੱਬੇ ਹੱਥ ਦੇ ਬਿਲਕੁਲ ਸਾਹਮਣੇ ਸੱਜੇ ਹੱਥ ਯਾਨੀ ਕਿ ਪੁੱਠੇ ਪਾਸੇ 180 ਡਿਗਰੀ ਹੋਊਗਾ। ਤਾਂ ਜਿਹੜੀ 180 ਡਿਗਰੀ ਲੈਟੀਟਿਊਡ ਹੈ, ਜਿਹੜੀ 180 ਡਿਗਰੀ ਲੌਂਗੀਟਿਊਡ ਹੈ, ਸੌਰੀ, ਜਿਹੜੀ 180 ਡਿਗਰੀ ਲੌਂਗੀਟਿਊਡ ਹੈ, ਇਹਨੂੰ ਇੰਟਰਨੈਸ਼ਨਲ ਡੇਟ ਲਾਈਨ ਕਿਹਾ ਜਾਂਦਾ ਹੈ, ਅੰਤਰਰਾਸ਼ਟਰੀ ਮਾਨਕ ਰੇਖਾ ਕਿਹਾ ਜਾਂਦਾ ਹੈ। ਪਹਿਲਾ ਕੁਐਸਚਨ, ਮੁੱਖ ਮੈਰੀਡੀਅਨ, ਪ੍ਰਾਈਮ ਮੈਰੀਡੀਅਨ ਕਿੱਥੋਂ ਪਾਸ ਹੁੰਦੀ ਹੈ? 0 ਡਿਗਰੀ ਚੋਂ। ਇੰਟਰਨੈਸ਼ਨਲ ਡੇਟ ਲਾਈਨ, ਅੰਤਰਰਾਸ਼ਟਰੀ ਮਾਨਕ ਰੇਖਾ ਕਿੱਥੋਂ ਪਾਸ ਹੁੰਦੀ ਹੈ? 180 ਡਿਗਰੀ ਦੇਸ਼ਾਂਤਰ, 180 ਡਿਗਰੀ ਲੌਂਗੀਟਿਊਡ। ਤੇ ਇਹ 180 ਡਿਗਰੀ 0 ਡਿਗਰੀ ਦਾ ਬਿਲਕੁਲ ਪੁੱਠਾ ਹੈ। ਇਹ ਇੱਕ ਪਾਸੇ ਜੇ ਤੁਸੀਂ ਇਹਨੂੰ ਪ੍ਰਾਈਮ ਮੰਨ ਲਿਆ ਤਾਂ ਦੂਜੇ ਪਾਸੇ ਵਾਲਾ ਹਿੱਸਾ ਜਿਹੜਾ ਇੱਧਰਲਾ ਹੋਊਗਾ, ਇੱਕ ਪਾਸੇ ਵਾਲਾ ਪ੍ਰਾਈਮ, ਦੂਜੇ ਪਾਸੇ ਵਾਲਾ ਤੁਹਾਡਾ ਆਈਡੀਐਲ, ਇੰਟਰਨੈਸ਼ਨਲ ਡੇਟ ਲਾਈਨ। ਨੈਕਸਟ ਚੱਲਦੇ ਹਾਂ। ਪਹਿਲਾਂ ਤਾਂ ਦੱਸੋ ਇੰਨੇ ਦੇ ਵਿੱਚ ਕੋਈ ਡਾਊਟ ਹੈ, ਹਾਂ ਜਾਂ ਨਾ? चलो जी, हाँ जी, कोई डाउट है? नहीं डाउट है तो फिर चलो अगे चलते हैं। तो हूँ लॉन्गीट्यूड बारे जो जो मैं तुम्हें समझाया है वही है, ठीक है। हूँ देखो वापिस इत्थे चलते हैं जी। अक्षांश दे विच दो अक्षांश रेखावां दे विच दी जिहड़ी दूरी मैं लिखवाई सी वो 111 किलोमीटर। अक्षांश दे विच दो अक्षांश रेखावां दे विचकार दी दूरी 111 किलोमीटर सी ते बराबर है। लेकिन यह कंडीशन लॉन्गीट्यूड वेले यानी कि लंबकार वेले यानी कि अक्षांश वेले सही नहीं होती। दो अक्षांश रेखावां दे विच कदे भी इक्को जिहा दूरी नहीं होती, कदे वध जाती है कदे घट जाती है। दो अक्षांश रेखावां दी दूरी कदे बराबर नहीं होंदी, दो दशांश रेखावां दी दूरी कदे बराबर नहीं होंदी। अक्षांश दे विच हमेशा बराबर होगी 111 किलोमीटर।
ठीक है जी। नेक्स्ट, हाँ जी, उरे तक कोई डाउट है तो दसो, बोलो ਵੀਰੇ। दो अक्षांश रेखावां की दूरी 111, लेकिन दो देशांश रेखावां की दूरी डिस्टेंस नैवर बी इक्वल, कदे भी बराबर नहीं होगा। ठीक है जी। हुण मैं तुहानूं दस्सिया सी टोटल लैटीट्यूड यानी कि अक्षांश 181 हुंदे ने, टोटल लॉन्गीट्यूड किन्ने हुंदे ने जे पुछ ले 360, याद रखियो। टोटल लॉन्गीट्यूड किन्ने हुंदे हन, टोटल देशांश रेखावां गलोब दे उत्ते किन्नियां हुंदियां ने, तां टोटल देशांश रेखावां गलोब दे उत्ते 360 हुंदियां हन। किन्नियां हुंदियां ने जी 360 हुंदियां ने। ध्यान नाल दिखाना मैं तुहानूं, उरे देखो। ठीक है, एक पासे आ वेखो, आ वाला एक पासे 180 ते एक पासे 180, तां टोटल किन्ने हो गए 360। अक्षांश 180, देशांश 360, अक्षांश 180, देशांश 360, लैटीट्यूड 100, ठीक है, ते जेडे अपने लॉन्गीट्यूड ने वो 360, ते जे इक्वेटर बना दोगे तो अक्षांश 181 हो जाएंगे। नेक्स्ट, वही लिखा जी जो मैं थोनू उरे पढ़ाया, सारा कुछ है। नंबर 1 कहता जी टोटल 360 मैरिडियन यानी कि टोटल 360 लॉन्गीट्यूड होंगे हैं, या टोटल 360 कह लो जी अक्षांश रेखावां होंदियां ने, ते जिहड़ी प्राइम मैरिडियन है वो 0 डिग्री दे विचों लंघदी है, ते यह प्राइम मैरिडियन लंडन के नेड़े एक शहर है ग्रीनविच, उहदे विचों लंघदी है। क्लीयर होगी। ठीक है, इस तो इलावा होर किहड़े-किहड़े देशों चों लंघदी है 0 डिग्री प्राइम मैरिडियन? यूके चों, फ्रांस चों, स्पेन चों, अल्जीरिया चों, माली चों, ठीक है, बुरकेनिया चों, घाना चों ते टोगो चों। ठीक है, ये चों 3 याद रख लो कि लंडन तो इलावा होर किहड़ी-किहड़ी जगहां दे विचों प्राइम मैरिडियन गुजरदी है। तो एक यूके हो गया पूरा यूनाइटेड किंगडम, फ्रांस हो गया ते स्पेन हो गया ते अल्जीरिया हो गया। गल क्लीयर है? इन्नी हाँ या ना? इन्नी गल क्लीयर है हाँ या ना? तो ओके लिख दो। ठीक है, 0 डिग्री मुख्य प्राइम मेरिडियन, 180 डिग्री इंटरनेशनल डेट लाइन अंतरराष्ट्रीय रेखा या अंतरराष्ट्रीय मानक रेखा। ठीक है, जिहदे हिसाब नाल पूरी दुनिया का टाइम निकलता है, जिहदे हिसाब नाल पूरी दुनिया का की निकलता है, टाइम निकलता है। ओके सर, हाँ जी वीरे, एक ही बंदे का ओके है, बाकी क्लियर? यस और नो? ओके, बोलो भाई। ओके सर, रजनी ओके, ठीक है, मूव टू द नेक्स्ट। हुण जो मैं तुहानूं समझाउण लग्या तां रब दी वास्ता यह आखिरी वो टॉपिक है जिहदे वास्ते तुहाडा दिमाग लगूगा। इस तो बाद यह ग्लोब वाला चैप्टर ठाठा बाय खत्म खलास। ठीक है, PDF तुहानूं तुहाडे ग्रुप दे विच मिल जूगा। हुण की है, लिसन भी वेरी केयरफुली। हुणी मैं तुहानूं समझाया सी आह अर्थ है, आह 0 डिग्री प्राइम मेरिडियन है, तेरे बिल्कुल बैक साइड ते उरे पुठे पासे एक पासे 0, दूजे पासे 180 डिग्री होगी। तो जी 180 डिग्री है, असी दसिया सी इहनूं आइडियल इंटरनेशनल डेट लाइन या अंतरराष्ट्रीय मानक रेखा कहते हैं, तो 0 डिग्री नूं मुख्य मैरिडियन कह दिता जाता है। 180 जीरो दे बिल्कुल ओपोजिट होंदी है, 180 डिग्री 0 दे बिल्कुल ओपोजिट होंदी है, इसलिए इहनूं एंटीपोडल, एंटी की हुंदा ओपोजिट, पोडल मतलब ध्रुव, तो 180 डिग्री नूं एंटीपोडल भी कह दिता जाता है। 0 डिग्री नूं 180 डिग्री बिल्कुल ओपोजिट होंदी है तो एंटीपोडल भी कह दिता जाता है। क्लीयर है? तो 0 ते 180 एक दूजे दे एंटीपोडल ने, चाहे 0 नूं एंटीपोडल कह लो चाहे 180 नूं एंटीपोडल कह लो। क्यों? क्योंकि 0 ते 180 दोनों एक दूजे दे बिल्कुल की होंदियां ने, ओपोजिट होंदियां ने। क्लीयर है? हुण एक गल बहुत इंपॉर्टेंट क्वेश्चन डिस्कस करन लग्या, बहुत इंपॉर्टेंट क्वेश्चन डिस्कस करन लग्या, उरे थोड़ी जी मैथ की गल होगी, समझ आ गया तो ठीक है, नहीं तो रट्टा मार लियो। देखो, जब असी पूरी धरती का एक चक्कर ला देंगे एवें तो 360 डिग्रियां कंप्लीट हो जाएगियां। किन्ने घंटे कंप्लीट होंदियां ने 360 डिग्रियां? 24 घंटे। किन्ने घंटे कंप्लीट होंदियां ने? 24 घंटे। एक टाइम पीस है वो 24 घंटे 360 डिग्री का एंगल की कर लैंदा, पूरा कर लैंदा। गल क्लीयर है हाँ या ना? ठीक है, तो जे मैं उरे 360 डिग्री इक्वल टू 24 घंटे, जे मैं 1 घंटे की वैल्यू कढ़नी है
ਤਾਂ 1 ਘੰਟੇ ਦੀ ਵੈਲਿਊ ਕਿੰਨੀ ਆ ਗਈ, ਮੈਂ 360 ਡਿਗਰੀ ਨੂੰ ਡਿਵਾਈਡ ਕਰਤਾ 24 ਨਾਲ, ਤਾਂ ਇਹ ਇਕੁਅਲ ਟੂ ਕਿੰਨਾ ਆ ਗਿਆ 15 ਡਿਗਰੀ। मतलब 1 घंटे च कितना हो गया 15 डिग्री। 1 घंटे च मिनट किन्ने होंगे ने 60 मिनट, यानी कि 60 मिनट जिहड़े ने वो बराबर हो गए प्यारे बच्चों 15 डिग्री के। ठीक है, तो 15 डिग्री बराबर है 60 मिनट के, तो 1 डिग्री किन्ने दे बराबर होगी 60/15, यानी कि 4 मिनट के। कहने का भाव की है कि भाई इन्हां केस दे विच 1 डिग्री 4 मिनट के बराबर होंदी है। उत्थे लैटीट्यूड दे विच 1 डिग्री 111 किलोमीटर के बराबर सीगी। ठीक है, उरे 1 डिग्री है जी 4 मिनट के बराबर है। ठीक है जी, ये तो एक चीज़ होर पता लगती है कि जिहड़ा लैटीट्यूड है वो दूरी दसदा है, जिहड़ा लॉन्गीट्यूड है वो ये दसदा भी किसी चीज़ का टाइम साडे तो कितना अगे है। बस ज़्यादा डीप च ना जाओ, फिर PCS IAS वाला काम हो जाऊगा। तुसीं ये याद रखना है कि 1 डिग्री 4 मिनट के बराबर होंदा है देशांत दे विच। ठीक है, 1 डिग्री 4 मिनट के बराबर होंदा देशांत, यानी कि लॉन्गीट्यूड दे विच। क्लियर है जी, ये हो गया तुहाडा। नैक्सट अगे बढ़ रहे हैं। आ तुहाडे कोले इंडिया का मैप है। इंडिया की भी एक मानक रेखा है जिहदे हिसाब नाल भारत का टाइम निकलदा है, उहनूं IST बोलते हैं। जिहदे हिसाब दे नाल भारत का टाइम निकलदा है इंडियन स्टैंडर्ड टाइम जोन। इंडियन स्टैंडर्ड टाइम जोन, इंडियन स्टैंडर्ड टाइम जोन, भारतीय मानक रेखा। क्वेश्चन आता है भारतीय मानक रेखा किन्ने डिग्री तो पास होंदी है ते क्यों। ठीक है जी, चलो जी, आ पूरा मैप है इंडिया का। आ वाला इंडिया का हो गया नॉर्थ पॉइंट, आ वाला इंडिया का की हो गया साउथ पॉइंट, आ वाला इंडिया का की हो गया वैस्ट पॉइंट यानी कि पश्चिम बिंदु, आ वाला इंडिया का केड़ा बिंदु हो गया ईस्ट बिंदु। हुण असी एक रेखा खिंच रखी है आ वाली जिहड़ी तुहानूं दिख रही है। ठीक है, ये असी एक रेखा खिंच रही है, तो हुण उरों असी किहदे वल्ली जा रहे हैं, उरों आ वाले पॉइंट तो असी किधर जा रहे हैं, असी जा रहे हैं ईस्ट वल्लियों। तो इस रेखा के पीछे इसलिए की लग जाता है ईस्ट लग जाता है, यानी कि पूर्व लग जाता है। गल क्लीयर है। तो यह रेखा ग्लोब के उत्तों 82.5 डिग्री ईस्ट तो पास होती है। जिमें 0 डिग्री प्राइम मेरिडियन 0 डिग्री तो पास होती है, 180 डिग्री आइडियल इंटरनेशनल डेट लाइन अंतरराष्ट्रीय मानक रेखा 180 डिग्री तो पास होती है। उसी तरीके नाल इंडियन स्टैंडर्ड भारत का जिहड़ा टाइम जोन है, भारत की जिहड़ी मानक रेखा है वो 82.5 डिग्री ईस्ट तो पास होती है। जे क्वेश्चन आ जाए इंटरनेशनल टाइम अंतरराष्ट्रीय टाइम किहड़ी रेखा के अकॉर्डिंग निकलता है, अंतरराष्ट्रीय टाइम पूरी दुनिया का टाइम है जिहड़ा वो 180 डिग्री वाली जिहड़ी आइडियल है इंटरनेशनल डेट लाइन उहदे अकॉर्डिंग निकलता है। भारत का टाइम किहदे अकॉर्डिंग निकलता है 82.5 डिग्री ईस्ट के अकॉर्डिंग निकलता है। अगला क्वेश्चन IST भारत के किन्ने राज्यों चों पास होंदी है। इंडियन स्टैंडर्ड टाइम है जिहड़ा यह भारत की काल्पनिक रेखा किन्ने राज्यों चों पास होंदी है, 5 चों पास होंदी है। क्लीयर है जी। सब तो पहला उरे है यूपी, सब तो पहला की चो पास हो रही है यूपी। ठीक है जी, दूजे नंबर पे है झारखंड, यूपी तो बाद झारखंड, फिर केड़ी आ गई उड़ीसा, यूपी झारखंड उड़ीसा, ते फिर थोड़ी केड़ी आ गई एक आंध्रा प्रदेश। 4 मैं दसती हाँ, एक तुसी दसोगे कमेंट बॉक्स दे विच। टोटल 5 राज्यों के विचों पास होंदी है भारतीय मानक रेखा यूपी झारखंड उड़ीसा ते आंध्रा प्रदेश। 4 मैं थोनों दसती हाँ, 5वीं वास्ते थोनों नोट्स पढ़ने पैणगे या तुसी नीचे कमेंट बॉक्स दसना है कि 5वां राज्य किहड़ा है जिहदे विचों IST की होंदी है पास होंदी है। तो इंडियन स्टैंडर्ड टाइम जोन भारत के विचों 82.5 डिग्री ईस्ट के विचों पूर्व के विचों पास होंदा है। हाँ जी, फाइनल कॉल है, कोई डाउट है तो दस दो, कोई डाउट है तो कृपया करके दस दो, या फिर ओके है क्लास ता दस दो। हैप्पी जी कह रहे हैं गुड क्लास है, ठीक है जी, थैंक यू। हाँ जी, कोई डाउट है तो दस दो, नहीं तो मैं क्लास लीव करन लग्या। थैंक यू सो मच। ग्लो वाला चैप्टर खत्म हो गया। जे कोई एक्स्ट्रा गल लिखनी हुई तो बाईलैंगुअल PDF मिल जूगा, वो सारे कुछ लिखा होगा, वो पढ़ लियो।
मोटी मोटी गल्लां थोनों मैं सारियां समझा दियां। टिल देन थैंक यू सो मच।